विद्यार्थियों, पंजाबी एजुकेशन चैनल में आप जी का हार्दिक स्वागत है। अज असी 9वीं जमात दे विच भाई वीर सिंह जी ते उन्हां दे सिलेबस दे नाल संबंधित जो आप जी नूं कवितावां हन उन्हां कवितावां दे क्वेश्चन आंसर करांगे। सो भाई वीर सिंह पंजाबी दे समौर कवि हन। इन्हां दा जिहड़ा योगदान है वो आधुनिक कविता दे विच इन्हां दा बड़बुला ਜਿਹੜਾ ਯੋਗਦਾਨ ਹੈ। ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਕਵਿਤਾ ਦੇ ਰਚੇਤਾ ਕਿਹਾ ਜਾਂਦਾ ਹੈ। ਤੁਹਾਡੇ ਸਿਲੇਬਸ ਵਿੱਚ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਦਰਜ ਹੈ। ਸਮਾਂ ਕਵਿਤਾ ਵਿੱਚ ਭਾਈ ਵੀਰ ਸਿੰਘ ਜੀ ਸਮੇਂ ਦੀ ਸੰਭਾਲ ਬਾਰੇ ਸਾਨੂੰ ਸੁਚੇਤ ਕਰਦੇ ਹਨ ਕਿ ਜਿਵੇਂ ਕਿ ਜੋ ਵਿਅਕਤੀ ਸਮੇਂ ਦੀ ਕਦਰ ਕਰਦੇ ਹਨ ਸਮਾਂ ਉਹਨਾਂ ਦੀ ਕਦਰ ਕਰਦਾ ਹੈ। ਇੱਕ ਵਾਰੀ ਲੰਘਿਆ ਹੋਇਆ ਵੇਲਾ ਮੁੜ ਕੇ ਕਦੇ ਹੱਥ ਨਹੀਂ ਆਉਂਦਾ। ਜਿਹੜਾ ਸਮਾਂ ਹੈ ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸਮਾਂ ਆਪਣੀ ਚਾਲ ਨਿਰੰਤਰ ਚੱਲਦਾ ਰਹਿੰਦਾ ਹੈ। ਸੋ ਸਮੇਂ ਦੀ ਸੰਭਾਲ ਹੀ ਸਮੇਂ ਦੀ ਕਦਰ ਹੈ। ਸਮੇਂ ਦੀ ਸੰਯੋਗ ਵਰਤੋਂ ਹੀ ਸਮੇਂ ਨੂੰ ਸੰਭਾਲਣਾ ਹੈ। ਸੋ ਭਾਈ ਵੀਰ ਸਿੰਘ ਦੀ ਸਮਾਂ ਕਵਿਤਾ ਸਾਨੂੰ ਸਮੇਂ ਦੇ ਸੰਬੰਧ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਮੋਟੀਵੇਟ ਕਰਦੀ ਹੈ ਕਿ ਸਾਨੂੰ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਸੋ ਇਸ ਕਵਿਤਾ ਨਾਲ ਸੰਬੰਧਿਤ ਕੁਝ ਸਵਾਲ ਜਵਾਬ ਨੇ, ਆਓ ਆਪਾਂ ਉਹਨਾਂ 'ਤੇ ਡਿਸਕਸ ਕਰਦੇ ਹਾਂ। ਕਿ ਪਹਿਲਾ ਸਵਾਲ ਹੈ, ਸਮਾਂ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਉੱਤਰ ਹੈ ਕਿ ਸਮਾਂ ਆਪਣੀ ਨਿਰੰਤਰ ਚਾਲ ਨਾਲ ਚੱਲਦਾ ਰਹਿੰਦਾ ਹੈ। ਇਹ ਕਦੇ ਵੀ ਨਹੀਂ ਰੁਕਦਾ। ਸਮੇਂ ਨੂੰ ਸੰਭਾਲਦਿਆਂ ਹੋਇਆਂ ਸਾਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਭਾਵ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਇੱਕ ਵਾਰੀ ਹੱਥੋਂ ਲੰਘ ਚੁੱਕਾ ਸਮਾਂ ਮੁੜ ਕੇ ਕਦੇ ਵਾਪਸ ਨਹੀਂ ਆਉਂਦਾ। ਸਮੇਂ ਦੀ ਸਹੀ ਵਰਤੋਂ ਕਰਨ ਵਾਲਾ ਮਨੁੱਖ ਹੀ ਜ਼ਿੰਦਗੀ ਵਿੱਚ ਤਰੱਕੀ ਕਰਦਾ ਹੈ ਅਤੇ ਸਫਲ ਹੁੰਦਾ ਹੈ। ਸੋ ਇਹ ਜਿਹੜਾ ਭਾਈ ਵੀਰ ਸਿੰਘ ਜੀ ਨੇ ਸਮਾਂ ਕਵਿਤਾ ਦੇ ਸੰਦਰਭ ਵਿੱਚ ਸਾਨੂੰ ਜਿਹੜੀ ਸਿੱਖਿਆ ਦਿੱਤੀ ਹੈ ਬਹੁਤ ਹੀ ਵਡਮੁੱਲੀ ਹੈ। ਅਗਲਾ ਹੈ ਕਿ ਸਮਾਂ ਕਵਿਤਾ ਵਿੱਚ ਸਮੇਂ ਦੀ ਸੰਭਾਲ ਬਾਰੇ ਕਵੀ ਕੀ ਸੁਨੇਹਾ ਦਿੰਦਾ ਹੈ? ਉੱਤਰ ਹੈ ਕਿ ਭਾਈ ਵੀਰ ਸਿੰਘ ਜੀ ਸਮੇਂ ਦੀ ਸੰਭਾਲ ਸੰਬੰਧੀ ਆਪਣੀ ਕਵਿਤਾ ਸਮਾਂ ਵਿੱਚ ਕਹਿੰਦੇ ਹਨ ਕਿ ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ, ਚਲਾਏਵਾਨ ਹੈ। ਸਮਾਂ ਕਦੇ ਕਿਸੇ ਲਈ ਨਹੀਂ ਰੁਕਦਾ। ਇਸ ਲਈ ਸਾਨੂੰ ਚੰਗੇ ਕੰਮ ਕਰਕੇ ਸਮੇਂ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਅਗਲੀ ਜੋ ਕਵਿਤਾ ਹੈ ਉਹ ਹੈ, ਇਹਦੇ ਵਿੱਚ ਅਸੀਂ ਬਿਨ ਫਸਾ ਦਾ ਫੁੱਲ ਕਵਿਤਾ ਵਿੱਚ ਕਵੀ ਕੀ ਇੱਛਾ ਪ੍ਰਗਟ ਕਰਦਾ ਹੈ? ਸੋ ਬੇਟਾ ਇੱਕ ਬੈਂਗਣੀ ਰੰਗ ਦਾ ਫੁੱਲ ਹੈ, ਬੜਾ ਛੋਟਾ ਜਿਹਾ ਫੁੱਲ ਹੁੰਦਾ ਹੈ। ਇੱਥੇ ਫੁੱਲ ਦੇ ਮਾਧਿਅਮ ਰਾਹੀਂ ਇੱਕ ਨੇਕ ਇਨਸਾਨ ਨੂੰ ਰਿਪਰਜੈਂਟ ਕਰਦੀ ਇਹ ਕਵਿਤਾ ਹੈ, ਜਿਹਦੇ ਵਿੱਚ ਇੱਕ ਜੋ ਮਨੁੱਖ ਪਰਮਾਤਮਾ ਨਾਲ ਜਿਹਦੀ ਲਿਵ ਲੱਗੀ ਹੈ ਉਹ ਚਾਹੁੰਦਾ ਹੈ ਕਿ ਮੈਂ ਦੁਨੀਆਦਾਰੀ ਦੇ ਰੁਝੇਵਿਆਂ 'ਚੋਂ ਸਾਈਡ 'ਤੇ ਹੋਇਆ ਚੁੱਪਚਾਪ ਆਪਣੀ ਜੋ ਜ਼ਿੰਦਗਾਨੀ ਹੈ ਉਸ ਨੂੰ ਮਾਣਾ। ਜਿਹੜਾ ਇਹ ਬਿਨ ਫਸਾਂ ਦਾ ਫੁੱਲ ਹੈ ਇਹ ਸੰਬੋਧਨ ਕਰਦਾ ਕਿ ਮੈਂ ਪਹਾੜ ਦੇ ਕੋਲ ਹਾਂ, ਮੈਂ ਲੋਕਾਂ ਨੂੰ ਮਿਲਣ ਤੋਂ ਡਰਦਾ ਹਾਂ, ਮੈਂ ਹਵਾ ਜਦੋਂ ਆਉਂਦੀ ਆ ਉਹਦੇ ਕਲੇਵੇ ਉਹਦੇ ਗਲ ਲੱਗਦਾ ਹਾਂ, ਮੈਂ ਫੁੱਲਾਂ ਦੇ ਵਿੱਚ ਬੈਠਾ ਅਤੇ ਮੇਰੇ ਕੋਲ ਜਦੋਂ ਭੌਰੇ 'ਤੇ ਤਿਤਲੀਆਂ ਆਉਂਦੀਆਂ ਹਨ ਮੈਂ ਉਹਨਾਂ ਨੂੰ ਵੀ ਮਿਲਣੋਂ ਸੰਗਦਾ ਹਾਂ। ਫਿਰ ਵੀ ਫੁੱਲ ਕਹਿੰਦਾ ਕਿ ਮੇਰੀ ਜਿਹੜੀ ਰਸ ਭਿੰਨੀ ਇਹ ਖੁਸ਼ਬੂ ਆ ਫਿਰ ਵੀ ਉਹ ਭੌਰਿਆਂ ਅਤੇ ਤਿਤਲੀਆਂ ਤੱਕ ਪਹੁੰਚ ਜਾਂਦੀ ਹੈ। ਭਾਵ ਜਿਹੜੇ ਵਿਅਕਤੀ ਦੇ ਵਿੱਚ ਚੰਗੇ ਗੁਣ ਹੁੰਦੇ ਨੇ ਉਹ ਫਿਰ ਵੀ ਕਿਤੇ ਨਾ ਕਿਤੇ ਦੁਨੀਆ ਦੀ ਨਜ਼ਰੇ ਪੈ ਜਾਂਦੇ ਨੇ। ਜੋ ਨੇਕ ਇਨਸਾਨ ਹੁੰਦੇ ਹਨ ਉਹ 4 ਦਿਨਾਂ ਦੀ ਜ਼ਿੰਦਗਾਨੀ ਨੂੰ ਚੁੱਪਚਾਪ ਹੰਢਾਉਣਾ ਚਾਹੁੰਦੇ ਹਨ। ਇਹ ਗੱਲ ਕਵੀ ਬਿਨ ਫਸਾ ਦਾ ਜਿਹੜਾ ਫੁੱਲ ਹੈ ਉਹਦੇ ਮਾਧਿਅਮ ਰਾਹੀਂ ਕਹਿਣੀ ਚਾਹੁੰਦੇ ਹਨ। ਇਸ ਕਵਿਤਾ ਵਿੱਚ ਵੀ ਕਵੀ ਆਪਣੇ ਕੀ ਇੱਛਾ ਜਾਂ ਵਿਚਾਰ ਪ੍ਰਗਟ ਕਰਦਾ ਹੈ, ਆਓ ਪੜ੍ਹਦੇ ਹਾਂ। ਕਿ ਬਿਨ ਫਸਾਂ ਦਾ ਫੁੱਲ ਕਵਿਤਾ ਵਿੱਚ ਕਵੀ ਨੇ ਬਿਨ ਫਸੇ ਦੇ ਫੁੱਲ ਦਾ ਮਾਨਵੀਕਰਨ ਕਰਦਿਆਂ ਲਿਖਿਆ ਹੈ। ਮਾਨਵੀਕਰਨ ਤੋਂ ਭਾਵ ਹੈ ਬੇਟਾ ਕਿ ਫੁੱਲ ਨੂੰ ਇੱਕ ਮਨੁੱਖ ਦੇ ਰੂਪ ਵਿੱਚ ਕਵੀ ਨੇ ਪੇਸ਼ ਕੀਤਾ ਕਿ ਇੱਕ ਜਿਹੜਾ ਫੁੱਲ ਹੈ ਇੱਕ ਮਨੁੱਖ ਦੇ ਤੌਰ 'ਤੇ ਉਹ ਆਪਣੀਆਂ ਗੱਲਾਂ ਰੱਖਦਾ ਹੈ। ਕੀ ਕਹਿੰਦਾ ਹੈ ਕਵੀ? ਉਹ ਦੁਨੀਆ ਦੀਆਂ ਨਜ਼ਰਾਂ ਤੋਂ ਬਚ ਕੇ ਆਪਣੀ ਮਸਤੀ ਵਿੱਚ ਰਹਿਣ ਦਾ ਚਾਹਵਾਨ ਹੈ। ਫੁੱਲ ਹੈ ਜਿਹੜਾ ਉਹ ਇੱਕ ਮਨੁੱਖ ਦੇ ਰੂਪ ਦੇ ਵਿੱਚ ਆਉਂਦਾ ਹੈ। ਉਹ ਚਾਹੁੰਦਾ ਕਿ ਮੈਂ ਲੋਕਾਂ ਦੀ ਨਜ਼ਰਾਂ 'ਚ ਆਏ ਬਗੈਰ ਸ਼ਾਂਤਮਈ ਢੰਗ ਨਾਲ ਸਾਦਗੀ ਭਰੇ ਅੰਦਾਜ਼ ਵਿੱਚ ਮੈਂ ਆਪਣੀ ਜਿਹੜੀ ਜੀਵਨ ਆ ਉਹਨੂੰ ਜੀ ਲਵਾਂ।
ਕੁਦਰਤ ਦੇ ਨਾਲ ਉਹ ਆਪਣੇ ਆਪ ਨੂੰ ਜੋੜ ਕੇ ਚੁੱਪਚਾਪ ਇਸ ਦੁਨੀਆ ਤੋਂ ਤੁਰ ਜਾਣਾ ਚਾਹੁੰਦਾ ਹੈ। ਜਿਵੇਂ ਕਿ ਬਿਨ ਫਸੇ ਦੇ ਫੁੱਲ ਦੀ ਜਿਹੜੀ ਉਮਰ ਆ ਥੋੜ੍ਹੀ ਹੁੰਦੀ ਹੈ, ਉਹ ਚਾਹੁੰਦਾ ਹੁੰਦਾ ਹੈ ਕਿ ਜੇਕਰ ਮੇਰੇ ਰੰਗ ਨੇ, ਮੇਰੀ ਖੁਸ਼ਬੂ ਹੈ, ਲੋਕਾਂ ਦੀ ਨਜ਼ਰੀ ਪੈ ਗਈ ਤਾਂ ਉਹਨਾਂ ਨੇ ਮੈਨੂੰ ਟਾਹਣੀ ਨਾਲੋਂ ਤੋੜ ਲੈਣਾ। ਇਹ ਅਕਸਰ ਇਹ ਹੁੰਦਾ ਹੈ ਕਿ ਅਸੀਂ ਕੋਈ ਸੋਹਣਾ ਖੂਬਸੂਰਤ ਫੁੱਲ ਵੇਖਦੇ ਉਹਨੂੰ ਟਾਹਣੀ ਨਾਲੋਂ ਤੋੜ ਦਿੰਦੇ ਹਾਂ। ਸੋ ਭਾਈ ਵੀਰ ਸਿੰਘ ਜੀ ਬਿਨ ਸਵੇ ਦੇ ਫੁੱਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਵਿਅਕਤੀਆਂ ਦੀ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ, ਤਾਂ ਜਿਵੇਂ ਅਸੀਂ ਆਪਣੀ ਜ਼ਿੰਦਗਾਨੀ ਦੀ ਗੱਲ ਕਰਦੇ ਹਾਂ ਕਿ 4 ਕੁ ਦਿਨਾਂ ਦੀ ਜ਼ਿੰਦਗਾਨੀ ਆ, ਮਨੁੱਖ ਦੀ ਆ ਚਾਹੇ ਫੁੱਲ ਦੀ ਆ। ਸੋ ਫੁੱਲ ਦੇ ਮਾਧਿਅਮ ਰਾਹੀਂ ਕਵੀ ਕਹਿੰਦਾ ਹੈ ਕਿ ਮੈਂ ਦੁਨੀਆਦਾਰੀ ਤੋਂ ਬਚ ਕੇ ਪਰਮਾਤਮਾ ਨਾਲ ਲਿਵ ਜੋੜ ਕੇ ਜੋ ਮੇਰੀ ਇਹ ਜ਼ਿੰਦਗਾਨੀ ਆ 4 ਦਿਨਾਂ ਦੀ, ਉਹਨੂੰ ਚੁੱਪਚਾਪ ਜੀਣੀ ਚਾਹੁੰਦਾ ਹਾਂ ਅਤੇ ਇਸ ਦੁਨੀਆ ਤੋਂ ਤੁਰ ਜਾਣਾ ਚਾਹੁੰਦਾ ਹਾਂ। ਪਰ ਉਸ ਦੀ ਲੁਕ ਛਿਪ ਕੇ ਜੀਵਨ ਬਤੀਤ ਕਰਨ ਅਤੇ ਦੁਨੀਆ ਤੋਂ ਅਲੱਗ ਹੋ ਕੇ ਰਹਿਣ ਦੀ ਇੱਛਾ ਪੂਰੀ ਨਹੀਂ ਹੁੰਦੀ। ਜੋ ਵਿਅਕਤੀ 'ਚ ਚੰਗੇ ਗੁਣ ਹੁੰਦੇ ਨੇ ਉਹ ਕਿਵੇਂ ਨਾ ਕਿਵੇਂ ਕਿਸ ਦੁਨੀਆ ਦੇ ਸਾਹਮਣੇ ਆ ਜਾਂਦੇ ਨੇ। ਸੋ ਇਸੇ ਤਰ੍ਹਾਂ ਜਿਹੜਾ ਬਿਨਸਪਾ ਦਾ ਫੁੱਲ ਹੈ, ਉਹਦੀ ਰਸ ਭਿੰਨੀ ਖੁਸ਼ਬੂ ਅਤੇ ਅਸਮਾਨੀ ਰੰਗ ਫਿਰ ਵੀ ਤਿਤਲੀਆਂ ਭੌਰੇ ਉਸ ਤੱਕ ਉਹਦੇ ਗੁਣਾਂ ਕਰਕੇ ਪਹੁੰਚ ਜਾਂਦੇ ਨੇ ਵੀ ਉਹ ਦੁਨੀਆ ਦੀ ਨਜ਼ਰਾਂ ਵਿੱਚ ਆ ਜਾਂਦਾ ਹੈ। ਇਹ ਫੁੱਲ ਮਨੁੱਖ ਦੇ ਰੂਪ ਦੇ ਵਿੱਚ ਪੇਸ਼ ਕਰਦਾ ਕਿ ਜਿਵੇਂ ਕਿਸੇ ਵਿਅਕਤੀ ਵਿੱਚ ਚੰਗੇ ਗੁਣ ਹੁੰਦੇ ਨੇ, ਫਿਰ ਵੀ ਉਹ ਦੁਨੀਆਦਾਰੀ ਮਤਲਬ ਇਹਨਾਂ ਝਮੇਲਿਆਂ 'ਚ ਫਸ ਜਾਂਦਾ ਜਿਹੜਾ ਮਨੁੱਖ ਆ। ਸੋ ਕਵੀ ਹੈ ਜਿਹੜਾ ਉਹ ਕਹਿੰਦਾ ਹੈ ਕਿ ਮੈਂ ਇੱਕ ਫੁੱਲ ਦੀ ਤਰ੍ਹਾਂ ਚੁੱਪਚਾਪ ਇੱਕ ਪਹਾੜ ਦੀ ਜੜ੍ਹ ਚੁੱਗ ਕੇ 4 ਕੁ ਦਿਨ ਕੁਦਰਤ ਦੇ ਅੰਗ ਸੰਗ ਰਹਿ ਕੇ ਇਸ ਦੁਨੀਆ ਤੋਂ ਚਲਿਆ ਜਾਣਾ ਚਾਹੁੰਦਾ। ਜਿਵੇਂ ਆਪਾਂ ਇੱਕ ਨੇਕ ਇਨਸਾਨ ਦੀ ਗੱਲ ਕਰਦੇ ਹਾਂ ਕਿ ਇੱਕ ਨੇਕ ਇਨਸਾਨ ਜਿਹੜਾ ਸੋਚਦਾ ਕਿ ਮੈਂ ਆਪਣੇ ਚੰਗੇ ਕੰਮ ਕਰਾਂ, ਚੁੱਪਚਾਪ ਪਰਮਾਤਮਾ ਦਾ ਸਿਮਰਨ ਕਰਾਂ ਅਤੇ ਇਸ ਦੁਨੀਆ ਤੋਂ ਚਲਾ ਜਾਵਾਂ। ਜਿਸ ਤਰ੍ਹਾਂ ਫੁੱਲ ਆਪਣੀ ਖੁਸ਼ਬੂ ਕਰਕੇ ਫਿਰ ਵੀ ਤਿਤਲੀਆਂ ਭੌਰਿਆਂ ਦੇ ਸੰਪਰਕ 'ਚ ਆ ਜਾਂਦਾ, ਉਸੇ ਤਰ੍ਹਾਂ ਜਿਹੜਾ ਇੱਕ ਚੰਗਾ ਇਨਸਾਨ ਹੈ ਉਹ ਆਪਦੇ ਚੰਗੇ ਗੁਣਾਂ ਕਰਕੇ ਫਿਰ ਵੀ ਦੁਨੀਆਦਾਰੀ ਦੀ ਨਜ਼ਰੀ ਚੜ੍ਹ ਜਾਂਦਾ, ਭਾਵ ਉਹ ਦੁਨੀਆਦਾਰੀ ਦੇ ਮੇਲ ਮਿਲਾਪ ਵਿੱਚ ਕਿਤੇ ਨਾ ਕਿਤੇ ਫਿਰ ਵੀ ਫਸ ਜਾਂਦਾ। ਸੋ ਇੱਥੇ ਕਵੀ ਚੁੱਪਚਾਪ ਦੁਨੀਆ ਤੋਂ ਲੁਕ ਕੇ ਜੀਵਨ ਜੀਣ ਦੀ ਇੱਛਾ ਨੂੰ ਪ੍ਰਗਟ ਕਰਦਾ ਹੈ। ਅਗਲੀ ਇਹ ਕਵਿਤਾ ਹੈ ਕਿ ਟੁਕੜੀ ਜੱਗ ਤੋਂ ਨਿਆਰੀ। ਇਹ ਜਿਹੜੀ ਕਵਿਤਾ ਹੈ ਇਹਦੇ ਵਿੱਚ ਕਿਹਾ ਜਾਂਦਾ ਕਿ ਇੱਕ ਆਕਾਸ਼ ਦੇ ਵਿੱਚ ਜਿਹੜੀ ਆਕਾਸ਼ ਦੀ ਦੇਵੀ ਹੈ ਉਹ ਉੱਥੋਂ ਦੇ ਹੁਸਨ ਮੰਡਲ ਦੇ ਵਿੱਚ ਬੈਠੀ ਆ, ਜਿੱਥੇ ਬਹੁਤ ਸਾਰੀਆਂ ਖੁਸ਼ੀਆਂ, ਬਹੁਤ ਸਾਰੇ ਰੰਗ, ਬਹੁਤ ਸਾਰੇ ਫੁੱਲ, ਫਲ, ਡਰਾਈ ਫਰੂਟ, ਨਦੀਆਂ, ਝਰਨੇ, ਨਾਲੇ, ਰੁੱਖ, ਹਰਿਆਲੀ, ਬਹੁਤ ਸਾਰੇ ਆਸਮਾਨੀ ਰੰਗ ਉੱਥੇ ਸਮਾਏ ਹੋਏ ਹਨ, ਉੱਥੇ ਹਨ। ਅਤੇ ਕਿਹਾ ਜਾਂਦਾ ਕਿ ਜਿਹੜੀ ਇਹ ਅਰਸ਼ਾਂ ਦੀ ਦੇਵੀ ਆ ਇਹ ਉਹ ਹੁਸਨ ਮੰਡਲ ਵਿੱਚ ਬੈਠਦੀ ਆ ਅਤੇ ਉੱਥੋਂ ਇਹਨਾਂ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਉੱਪਰ ਨਾਮ ਲਏ ਹਨ ਇਹਨਾਂ ਦਾ ਇੱਕ ਬੁੱਕ ਭਰਦੀ ਆ ਅਤੇ ਨੀਚੇ ਧਰਤੀ ਵੱਲ ਨਿਗਾਹ ਟਿਕਾ ਕੇ ਵੇਖਦੀ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਬੁੱਕ ਭਰ ਕੇ ਫਿਰ ਉਹ ਧਰਤੀ ਦੇ ਉੱਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਬੀਜ ਖਿੰਡਾ ਦਿੰਦੀ ਹੈ। ਇਹ ਬੀਜ ਜਿਸ ਥਾਂ ਦੇ ਉੱਪਰ ਆ ਕੇ ਡਿੱਗਦੇ ਹਨ ਉੱਥੇ ਬਣਦੀ ਹੈ ਟੁਕੜੀ ਜੱਗ ਤੋਂ ਨਿਆਰੀ। ਦੁਨੀਆ ਦੀ ਸਭ ਤੋਂ ਖੂਬਸੂਰਤ ਥਾਂ ਜਿਹਨੂੰ ਅਸੀਂ ਜੰਮੂ ਕਸ਼ਮੀਰ ਕਹਿੰਦੇ ਹਾਂ, ਇੱਥੋਂ ਦੇ ਝਰਨੇ, ਨਦੀਆਂ, ਨਾਲੇ, ਪਰਬਤ, ਰੁੱਖ, ਡਰਾਈ ਫਰੂਟ, ਈਵਨ ਕਿ ਇੱਥੇ ਜਿਹੜੀ ਧਾਤ ਅਸੀਂ ਇਹਨਾਂ ਵੱਖ-ਵੱਖ ਤਰ੍ਹਾਂ ਦੀਆਂ ਧਾਤਾਂ, ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਆਯੁਰਵੇਦਿਕ ਦਵਾਈਆਂ ਦੇ ਵਿੱਚ ਪਾਈਆਂ ਜਾਣ ਵਾਲੀਆਂ ਦੈਵਿਕ ਗੁਣਾਂ ਦੀਆਂ ਮਾਲਕ ਬੂਟੀਆਂ, ਜੇ ਅਸੀਂ ਕੇਸਰ ਦੀ ਗੱਲ ਕਰੀਏ ਜਿਹਦੀ ਕੀਮਤ ਲੱਖਾਂ ਕਰੋੜਾਂ ਰੁਪਈਆਂ ਦੇ ਵਿੱਚ ਹੈ, ਉਹ ਵੀ ਇੱਥੇ ਹੀ ਉੱਗਦਾ ਹੈ। ਜਿਵੇਂ ਇਲਾਇਚੀ ਹੋ ਗਈ, ਲੌਂਗ ਹੋ ਗਏ, ਜੋ ਵੀ ਅਸੀਂ ਡਰਾਈ ਫਰੂਟ ਮਹਿੰਗੇ ਤੋਂ ਮਹਿੰਗਾ ਡਰਾਈ ਫਰੂਟ ਖਰੀਦਦੇ ਹਾਂ ਉਹ ਲਗਭਗ ਕਸ਼ਮੀਰ ਦੀ ਧਰਤੀ 'ਤੇ ਉੱਗਦੇ ਨੇ। ਕਵੀ ਇੱਥੇ ਆਪਣੀ ਕਲਪਨਾ ਵਿੱਚ ਦੱਸਦਾ ਹੈ ਕਿ ਦੁਨੀਆ ਦੀ ਸਭ ਤੋਂ ਖੂਬਸੂਰਤ ਥਾਂ ਜਿਹੜੀ ਕਸ਼ਮੀਰ ਆ, ਇਸ ਟੁਕੜੀ ਨੂੰ ਕੁਦਰਤ ਦੀ ਦੇਵੀ ਨੇ ਖੁਦ ਸਿਰਜਿਆ ਹੈ। ਉਹ ਆਕਾਸ਼ ਦੇ ਉੱਪਰੋਂ ਖੜ੍ਹ ਕੇ ਇਸ ਜਗ੍ਹਾ 'ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਬੀਜ ਕੁਦਰਤ ਦੀ ਦੇਵੀ ਨੇ ਬੋਏ ਹਨ। ਸੋ ਆਓ ਪੜ੍ਹਦੇ ਹਾਂ ਕਵਿਤਾ ਦਾ ਕੇਂਦਰੀ ਭਾਵ ਕਿ ਕੀ ਕਵੀ ਇਸ ਕਵਿਤਾ ਦੇ ਵਿੱਚ ਕਹਿਣਾ ਚਾਹੁੰਦਾ ਹੈ। ਇਸ ਕਵਿਤਾ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕਰਦਿਆਂ ਹੋਇਆ ਕਵੀ ਕਹਿੰਦਾ ਹੈ ਕਿ ਕੁਦਰਤ ਦੀ ਦੇਵੀ ਨੇ ਆਪਣੇ ਆਲੇ ਦੁਆਲੇ ਦੀ ਖੂਬਸੂਰਤੀ ਵਿੱਚ ਖੇਡਦਿਆਂ ਹੋਇਆਂ ਇਸ ਸਵਰਗ ਰੂਪੀ ਕਸ਼ਮੀਰ ਨੂੰ ਧਰਤੀ ਉੱਪਰ ਸਿਰਜਿਆ ਹੈ, ਵੀ ਇਹ ਉੱਥੋਂ ਦੀ ਅਰਸ਼ਾਂ ਦੀ ਪਰੀ ਨੇ ਖੁਦ ਬਣਾਇਆ ਹੈ। ਇਸ ਦੇ ਦਿਲ ਖਿੱਚਵੇਂ ਨਜ਼ਾਰੇ ਹਰ ਕਿਸੇ ਨੂੰ ਮੋਹਿਤ ਕਰਦੇ ਹਨ, ਭਾਵ ਆਪਣੇ ਵੱਲ ਖਿੱਚਦੇ ਹਨ। ਅਗਲਾ ਹੈ ਕਿ ਟੁਕੜੀ ਜੱਗ ਤੋਂ ਨਿਆਰੀ ਕਵਿਤਾ ਵਿੱਚ ਕਸ਼ਮੀਰ ਦੀ ਸੁੰਦਰਤਾ ਕਿਵੇਂ ਬਿਆਨ ਕੀਤੀ ਗਈ ਹੈ। ਉੱਤਰ ਪੜ੍ਹਦੇ ਹਾਂ ਕਿ ਭਾਈ ਵੀਰ ਸਿੰਘ ਜੀ ਨੇ ਆਪਣੀ ਕਵਿਤਾ ਟੁਕੜੀ ਜੱਗ ਤੋਂ ਨਿਆਰੀ ਵਿੱਚ ਧਰਤੀ ਉੱਪਰਲੇ ਸਵਰਗ ਭਾਵ ਕਸ਼ਮੀਰ ਦੀ ਸੁੰਦਰਤਾ ਨੂੰ
ਬੜੀ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਕੁਦਰਤ ਦੀ ਦੇਵੀ ਨੇ ਆਪਣੇ ਆਲੇ ਦੁਆਲੇ ਦੀ ਖੂਬਸੂਰਤੀ ਵਿੱਚ ਖੇਡਦਿਆਂ ਹੋਇਆਂ ਸਵਰਗ ਰੂਪੀ ਸਾਰੇ ਹੀ ਕੁਦਰਤੀ ਨਜ਼ਾਰਿਆਂ ਨੂੰ ਆਪਣੀ ਮੁੱਠੀ ਵਿੱਚ ਬੰਦ ਕਰਕੇ ਧਰਤੀ ਉੱਪਰ ਸੁੱਟ ਦਿੱਤਾ। ਜਿਸ ਸਥਾਨ ਉੱਤੇ ਇਹ ਅਲੌਕਿਕ ਮੁੱਠੀ ਡਿੱਗੀ, ਅਲੌਕਿਕ ਹੁੰਦੀ ਬੇਟਾ ਜਿਹੜੀ ਇਸ ਦੁਨੀਆ ਤੋਂ ਅਲੱਗ ਤਰ੍ਹਾਂ ਦੇ ਰੰਗ ਰੱਖਦੀ ਹੋਵੇ, ਜਿਹਦੇ ਵਿੱਚ ਪ੍ਰਮਾਤਮਾ ਦਾ ਸਰੂਪ ਨਜ਼ਰ ਆਉਂਦਾ ਹੋਵੇ, ਜਿਹਦੇ ਵਿੱਚ ਦੁਨੀਆ ਤੋਂ ਅਲੱਗ ਕੁਝ ਨਜ਼ਾਰਾ ਪੇਸ਼ ਹੁੰਦਾ ਹੋਵੇ, ਉਸ ਨੂੰ ਅਲੌਕਿਕ ਕਹਿੰਦੇ ਆ। ਅਲੌਕਿਕ ਮੁੱਠੀ ਬੇਟਾ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਬੀਜ ਜੋ ਉੱਥੇ ਉਗਦੀਆਂ ਨੇ, ਇਹ ਲੱਗਦਾ ਹੈ ਕਿ ਕੁਦਰਤ ਦੀ ਦੇਵੀ ਨੇ ਇਸ ਜਗ੍ਹਾ ਦੇ ਉੱਪਰ ਖੁਦ ਆਪ ਬੀਜੇ ਹਨ। ਜਿਸ ਸਥਾਨ ਉੱਤੇ ਇਹ ਅਲੌਕਿਕ ਮੁੱਠੀ ਡਿੱਗੀ, ਉਹ ਥਾਂ ਧਰਤੀ ਉੱਤੇ ਸਵਰਗ ਰੂਪੀ ਕਸ਼ਮੀਰ ਬਣ ਗਿਆ। ਇਹ ਟੁਕੜੀ ਸਾਰੇ ਹੀ ਜੱਗ ਤੋਂ ਨਿਆਰੀ ਹੈ। ਇਹ ਕਵੀ ਇਸ ਕਵਿਤਾ ਦੇ ਕੇਂਦਰੀ ਭਾਵ ਦੇ ਸੰਦਰਭ ਦੇ ਵਿੱਚ ਦੱਸਦੇ ਹਨ। ਅੱਗੇ ਹੈ ਬਿਰਛ। ਇੱਕ ਰੁੱਖ ਦੀ ਗੱਲ ਅਸੀਂ ਇੱਥੇ ਕਰਦੇ ਹਾਂ ਕਿ ਜਿਹੜਾ ਰੁੱਖ ਆ ਉਹ ਧਰਤੀ ਦੇ ਉੱਪਰ ਇੱਕ ਗਿੱਠ ਥਾਂ ਮੱਲਦਾ ਹੈ। ਜਿਵੇਂ ਅਸੀਂ ਆਪਣੇ ਘਰਾਂ ਨੂੰ 4-4 5-5 ਬਿਸਵਿਆਂ ਵਿੱਚ ਫੈਲਾ ਦਿੰਦੇ ਹਾਂ, ਰੁੱਖ ਕਹਿੰਦਾ ਹੈ ਕਿ ਮੈਂ ਧਰਤੀ ਦੇ ਉੱਪਰ ਸਿਰਫ ਇੱਕ ਗਿੱਠ ਥਾਂ ਮੱਲਦਾ ਹਾਂ ਅਤੇ ਮੈਂ ਜਿਹੜੀ ਮੇਰੀ ਉਚਾਈ ਆ ਉਹ ਉੱਪਰ ਆਸਮਾਨ ਵੱਲ ਨੂੰ ਜਾਂਦੀ ਹੈ ਅਤੇ ਆਸਮਾਨ ਦੇ ਵਿੱਚ ਹੀ ਮੈਂ ਫੈਲਦਾ ਫੁੱਲਦਾ ਹਾਂ ਅਤੇ ਮੈਂ ਮਨੁੱਖ ਨੂੰ ਕੁਝ ਨਹੀਂ ਕਹਿੰਦਾ, ਪਰ ਮਨੁੱਖ ਫਿਰ ਵੀ ਮੇਰੀਆਂ ਜੜ੍ਹਾਂ ਵੱਢ ਦਿੰਦਾ ਹੈ, ਫਿਰ ਵੀ ਮੇਰੇ ਨਾਲ ਵੈਰ ਵਿਰੋਧ ਰੱਖਦਾ ਹੈ। ਸੋ ਜਿਵੇਂ ਕਿ ਕਹਾਵਤ ਹੁੰਦੀ ਹੈ ਪੰਜਾਬੀ ਦੀ, ਇੱਕ ਰੁੱਖ 100 ਸੁੱਖ। ਜਿਹੜੇ ਰੁੱਖ ਨੇ ਧਰਤੀ 'ਤੇ ਇੱਕ ਗਿੱਠ ਥਾਂ ਘੇਰਦੇ ਨੇ ਅਤੇ ਬਾਕੀ ਜਿਹੜੀ ਇਹਨਾਂ ਦੀ ਪੋਰੀ ਹੈ ਜਿਉਂ-ਜਿਉਂ ਉੱਪਰ ਵੱਧਦੀ ਜਾਂਦੀ ਹੈ, ਉੱਪਰ ਜਾ ਕੇ ਇਹ ਪੰਛੀਆਂ ਦਾ ਰਹਿਣ ਬਸੇਰਾ ਵੀ ਬਣਦਾ ਹੈ। ਅਤੇ ਜਿੱਥੇ ਮਨੁੱਖ ਦੇ ਘਰ ਦੇ ਵਿੱਚ ਰਹਿੰਦਾ, ਉੱਥੇ ਕਾਰਬਨ ਡਾਈਆਕਸਾਈਡ ਜਿਹੜਾ ਮਨੁੱਖ ਛੱਡਦਾ ਉਹਨੂੰ ਫਿਲਟਰ ਕਰਕੇ ਸ਼ੁੱਧ ਆਕਸੀਜਨ ਵੀ ਉਹਨੂੰ 24 ਘੰਟੇ ਜਿਹੜੇ ਰੁੱਖ ਨੇ ਉਹ ਪ੍ਰਦਾਨ ਕਰਦੇ ਨੇ, ਛਾਂ ਵੀ ਪ੍ਰਦਾਨ ਕਰਦੇ ਨੇ, ਲੱਕੜੀ ਵੀ ਪ੍ਰਦਾਨ ਕਰਦੇ ਨੇ, ਫੁੱਲ ਵੀ ਪ੍ਰਦਾਨ ਕਰਦੇ ਨੇ, ਫਲ ਵੀ ਪ੍ਰਦਾਨ ਕਰਦੇ ਨੇ, ਪੰਛੀਆਂ ਦਾ ਰਹਿਣ ਬਸੇਰਾ ਵੀ ਹੁੰਦੇ ਨੇ ਅਤੇ ਘਰ ਦੀ ਰੌਣਕ ਨੂੰ ਵੀ ਵਧਾਉਂਦੇ ਨੇ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਮਨੁੱਖ ਆ ਇਹਨਾਂ ਰੁੱਖਾਂ ਨੂੰ ਕੱਟ ਦਿੰਦਾ ਹੈ। ਇੱਥੇ ਮਨੁੱਖ ਦਾ ਰੁੱਖਾਂ ਦੇ ਉੱਪਰ ਕਹਿਰ ਉਸ ਨੂੰ ਵੀ ਬਿਆਨ ਕੀਤਾ ਹੈ। ਅਤੇ ਬਿਰਛ ਇੱਕ ਰੁੱਖ ਆਪਣੀ ਦਿਲ ਦੀ ਗੱਲ ਮਨੁੱਖ ਨਾਲ ਕਿਵੇਂ ਸਾਂਝੀ ਕਰਦਾ ਹੈ, ਇਸ ਕਵਿਤਾ ਦੇ ਵਿੱਚ ਕਵੀ ਦੁਆਰਾ ਇਹ ਚੀਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਤਰ ਪੜ੍ਹਦੇ ਹਾਂ ਕਿ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ਬਿਰਛ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਆਦਮੀ ਨੂੰ ਆਪਣੇ ਸਵਾਰਥ ਦੀ ਖਾਤਰ ਰੁੱਖਾਂ ਨੂੰ ਕੱਟ ਕੇ ਬਰਬਾਦੀ ਨਹੀਂ ਕਰਨੀ ਚਾਹੀਦੀ। ਰੁੱਖ ਘੱਟ ਥਾਂ ਘੇਰ ਕੇ ਉੱਚੇ ਅਸਮਾਨ ਵੱਲ ਆਪਣਾ ਘੇਰਾ ਬਣਾ ਕੇ ਉੱਪਰ ਨੂੰ ਚੱਲਦੇ ਨੇ ਬੇਟਾ। ਰੁੱਖ ਨੇ ਜਿਹੜੇ ਮਨੁੱਖਤਾ ਲਈ ਲਾਹੇਵੰਦ ਸਿੱਧ ਹੁੰਦੇ ਹਨ, ਪਰ ਲੋਕ ਫਿਰ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਵਿੱਚ ਢਿੱਲ ਨਹੀਂ ਗੁਜ਼ਾਰਦੇ। ਨੁਕਸਾਨ ਪਹੁੰਚਾਉਂਦੇ ਨੇ, ਭਾਵ ਇਹਨਾਂ ਨੂੰ ਵੱਢ ਦਿੰਦੇ ਨੇ ਬੇਟਾ। ਸਾਨੂੰ ਵਧੇਰੇ ਰੁੱਖ ਲਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਨ ਦਾ ਸੰਤੁਲਨ ਬਣਿਆ ਰਹੇ। ਸੋ ਬੱਚੇ ਇੱਥੇ ਕਵੀ ਇਹਨਾਂ ਖਾਸ ਗੱਲਾਂ ਵੱਲ ਸਾਡਾ ਜਿਹੜਾ ਧਿਆਨ ਉਹ ਆਕਰਸ਼ਿਤ ਕਰਵਾਉਂਦਾ ਹੈ। ਸੋ ਅੱਗੇ ਇਹ ਵਸਤੂਨਿਸ਼ਟ ਕੁਝ ਸਵਾਲ ਨੇ ਬੇਟਾ ਇਸ ਚੈਪਟਰ ਨਾਲ ਸੰਬੰਧਿਤ, ਆਓ ਉਹਨਾਂ ਨੂੰ ਪੜ੍ਹਦੇ ਹਾਂ। ਕਿ ਭਾਈ ਵੀਰ ਸਿੰਘ ਜੀ ਦਾ ਜਨਮ ਕਦੋਂ ਹੋਇਆ? ਉਹਨਾਂ ਦਾ ਜਿਹੜਾ ਜਨਮ ਹੈ ਬੇਟਾ ਉਹ 5 ਸਤੰਬਰ 1872 1872 ਈਸਵੀ ਨੂੰ ਹੁੰਦਾ ਹੈ। ਭਾਈ ਵੀਰ ਸਿੰਘ ਨੂੰ ਕਿਹੜੀ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ? ਉੱਤਰ ਹੈ ਆਧੁਨਿਕ ਕਵਿਤਾ ਦਾ। ਆਧੁਨਿਕ ਬੇਟਾ ਜਿਵੇਂ ਅਸੀਂ ਪੜ੍ਹ ਰਹੇ ਹਾਂ ਕਿ ਬਿਰਛ ਨੂੰ ਮਨੁੱਖ ਦੇ ਰੂਪ ਵਿੱਚ ਪੇਸ਼ ਕੀਤਾ, ਟੁਕੜੀ ਜੱਗ ਤੋਂ ਨਿਆਰੀ ਬਾਰੇ ਉਹਨਾਂ ਦੀ ਕਲਪਨਾ, ਅਤੇ ਜੇ ਅਸੀਂ ਅੱਗੇ ਬਿਨਸਪਾ ਦੇ ਫੁੱਲ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਉਹਨੂੰ ਮਨੁੱਖ ਦੇ ਰੂਪ 'ਚ ਪੇਸ਼ ਕੀਤਾ। ਸੋ ਜਿਹੜਾ ਸਮੇਂ ਦੇ ਵਿੱਚ ਇੱਕ ਇਸਤਰੀ ਇੱਕ ਆਪਣੇ ਪਤੀ ਨੂੰ ਕਿਵੇਂ ਰੋਕਦੀ ਆ, ਉਹਦੇ ਤਾਲੇ ਮਿੰਨਤਾਂ ਕੱਢਦੀ ਹੈ, ਪਰ ਉਹ ਫਿਰ ਵੀ ਰੋਕਿਆ ਨਹੀਂ ਰੁਕਦਾ। ਸੋ ਬੇਟਾ ਇਹ ਮਤਲਬ ਜਿਹੜੀਆਂ ਚੀਜ਼ਾਂ ਕਲਪਨਾ ਮਾਤਰ ਸੀ ਉਹਨਾਂ ਨੂੰ ਇਹਨੇ ਆਧੁਨਿਕ ਛੋਹਾਂ ਦੇ ਕੇ ਕਵਿਤਾ ਨੂੰ ਨਵੀਆਂ ਲੀਹਾਂ ਵੱਲ ਤੋਰਿਆ ਹੈ। ਸੋ ਭਾਈ ਵੀਰ ਸਿੰਘ ਜੀ ਨੂੰ ਅਸੀਂ ਆਧੁਨਿਕ ਕਵਿਤਾ ਦਾ ਜਨਮਦਾਤਾ ਵੀ ਕਹਾਂਗੇ। ਭਾਈ ਵੀਰ ਸਿੰਘ ਜੀ ਦਾ ਜਾਂ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ। ਜਿਵੇਂ ਹੁਣ ਆਪਾਂ ਇਹਦੇ ਵਿੱਚ ਸਮਾਂ ਪੜ੍ਹੀ ਹੈ, ਬਿਰਛ ਪੜ੍ਹੀ ਹੈ, ਬਿਨਸਪਾ ਦਾ ਫੁੱਲ ਪੜ੍ਹੀ ਹੈ, ਤੁਸੀਂ ਕਿਸੇ ਵੀ ਇੱਕ ਕਵਿਤਾ ਦਾ ਜਿਹੜਾ ਜ਼ਿਕਰ ਹੈ ਜਾਂ ਨਾਮ ਉਹ ਲੈ ਸਕਦੇ ਹੋ। 4 ਨੰਬਰ ਸਵਾਲ ਹੈ ਕਿ ਭਾਈ ਵੀਰ ਸਿੰਘ ਜੀ ਅਨੁਸਾਰ ਕਿਸ ਨੂੰ ਫੜ ਕੇ ਖਿੱਚਣ ਦੇ ਬਾਵਜੂਦ ਉਹ ਆਪਣਾ ਪੱਲਾ ਛੁਡਾ ਲੈਂਦਾ ਹੈ? ਸੋ ਉਹ ਹੈ ਬੇਟਾ ਸਮਾਂ। ਜਦੋਂ ਪਤਨੀ ਪਤੀ ਰੂਪ ਦੇ ਵਿੱਚ ਜਾ ਰਹੇ ਸਮੇਂ ਅੱਗੇ ਉਹਦਾ ਪੱਲਾ ਫੜਦੀ ਹੈ, ਉਹਦੇ
ਰਸਤੇ ਦੇ ਵਿੱਚ ਬਹੁਤ ਸਾਰੀਆਂ ਰੋਕਾਂ ਲਗਾਉਂਦੀ ਹੈ, ਪਰ ਫਿਰ ਵੀ ਉਹ ਪੱਲਾ ਛੁਡਾ ਕੇ ਉਹਨਾਂ ਰੋਕਾਂ ਨੂੰ ਟੱਪਦਾ ਹੋਇਆ ਦੂਰ ਚਲਾ ਜਾਂਦਾ ਹੈ। ਅਗਲਾ ਹੈ 5 ਨੰਬਰ, ਭਾਈ ਵੀਰ ਸਿੰਘ ਜੀ ਨੂੰ ਕਿਸ ਸਮੇਂ ਦੀ ਸੰਭਾਲ ਕਰਨ ਲਈ ਕਹਿੰਦਾ ਹੈ? ਕਿਸ ਨੂੰ ਸਮੇਂ ਦੀ ਸੰਭਾਲ ਕਰਨ ਬਾਰੇ ਕਹਿੰਦਾ ਹੈ? ਮਨੁੱਖ ਨੂੰ। ਭਾਈ ਵੀਰ ਸਿੰਘ ਜੀ ਮਨੁੱਖ ਨੂੰ ਕਹਿੰਦਾ ਹੈ ਕਿ ਇਹ ਮਨੁੱਖ, ਤੂੰ ਸਿਆਣਾ ਬਣ ਤੇ ਸਮੇਂ ਦੀ ਸੰਭਾਲ ਕਰ, ਇੱਕ ਵਾਰ ਲੰਘਿਆ ਹੋਇਆ ਵੇਲਾ ਮੁੜ ਕੇ ਕਦੇ ਵੀ ਹੱਥ ਨਹੀਂ ਆਉਂਦਾ। ਸਵਾਲ ਨੰਬਰ 6, ਕਿਸ ਦੇ ਛੁਪੇ ਰਹਿਣ ਅਤੇ ਛੁਪੇ ਹੀ ਤੁਰ ਜਾਣ ਦੀ ਇੱਛਾ ਹੈ? ਕੌਣ ਚਾਹੁੰਦਾ ਵੀ ਮੈਂ ਛੁਪਿਆ ਹੀ ਰਹਾਂ ਅਤੇ ਛੁਪਿਆ ਛੁਪਾਈ ਇਸ ਦੁਨੀਆ ਤੋਂ ਚਲਿਆ ਜਾਵਾਂ? ਉਹ ਹੈ ਬਿਨ ਫਸੇ ਦੇ ਫੁੱਲ ਦੀ ਗੱਲ ਕਰਦਾ, ਜਿਹੜਾ ਇੱਕ ਫੁੱਲ ਆ। ਇਹ ਬੇਟਾ ਜਦੋਂ ਤੁਸੀਂ ਨੈੱਟ ਦੇ ਉੱਪਰ ਸਰਚ ਕਰਦੇ ਹੋ, ਬੈਂਗਣੀ ਰੰਗ ਦਾ, ਹਲਕੀਆਂ ਪੀਲੀਆਂ ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਸੈਂਟਰ ਦੇ ਵਿੱਚ ਇਹਦੇ ਬਣੇ ਹੋਏ ਨੇ, ਅਤੇ ਇਹ ਬੈਂਗਣੀ ਰੰਗ ਦਾ ਫੁੱਲ ਆ। ਇਹਨੂੰ ਜ਼ਰੂਰ ਨੈੱਟ 'ਤੇ ਸਰਚ ਕਰਕੇ ਇੱਕ ਵਾਰ ਦੇਖਣਾ ਇਹਦੀ ਫੋਟੋ ਨੂੰ। ਕਲਾਸ ਦੇ ਦੌਰਾਨ ਬਹੁਤ ਸਾਰੇ ਬੱਚਿਆਂ ਨੂੰ ਮੈਂ ਨੈੱਟ 'ਤੇ ਇਹ ਕੰਮ ਵੀ ਦਿੱਤਾ ਸੀ, ਬੱਚਿਆਂ ਨੇ ਫੁੱਲ ਨੂੰ ਦੇਖਿਆ ਅਤੇ ਆਪਣੇ ਆਪਣੇ ਵਿਚਾਰ ਜਿਹੜੇ ਸੀਗੇ ਉਹਨਾਂ ਨੇ ਪ੍ਰਗਟ ਕੀਤੇ। ਅੱਗੇ ਹੈ ਬਿਨ ਫਸਾਂ ਦਾ ਫੁੱਲ ਦਿਨ ਵੇਲੇ ਕਿਸ ਨੂੰ ਮਿਲਣ ਤੋਂ ਸੰਗਦਾ ਹੈ? ਭੌਰੇ ਨੂੰ। ਜਿਵੇਂ ਅਸੀਂ ਬੇਟਾ ਭੌਰੇ ਤਿਤਲੀਆਂ ਬੋਲਦੇ ਹਾਂ, ਇਹਨਾਂ ਨੂੰ ਉਹ ਮਿਲਣ ਤੋਂ ਸੰਗਦਾ ਹੈ। ਅਰਸਾਂ ਦੇ ਵਿੱਚ ਕਿਹੜੀ ਦੇਵੀ ਖੇਡਦੀ ਪਈ ਸੀ? ਕਵਿਤਾ ਟੁਕੜੀ ਜਗ ਤੋਂ ਨਿਆਰੀ ਦੇ ਆਧਾਰ 'ਤੇ ਉੱਤਰ ਦਿਓ। ਹੁਣ ਬੇਟਾ ਉੱਥੇ ਜਿਹੜੀ ਕੁਦਰਤ ਦੀ ਦੇਵੀ ਹੈ, ਜਿਹੜੀ ਅਰਸ਼ਾਂ ਦੇ ਵਿੱਚ ਰਹਿੰਦੀ ਆ, ਉਹ ਉੱਥੇ ਬੈਠੀ ਆ, ਕੁਦਰਤ ਦੀ ਦੇਵੀ। ਸਵਾਲ ਨੰਬਰ 9, ਕੁਦਰਤ ਦੀ ਦੇਵੀ ਕਿੱਥੇ ਖੇਡਦੀ ਹੋਈ ਖੁਸ਼ੀਆਂ ਦੀ ਸ਼ੈਵਰ ਲਾ ਰਹੀ ਸੀ? ਹੁਸਨ ਮੰਡਲ ਬੇਟਾ, ਜਿਹੜਾ ਆਕਾਸ਼ ਦੇ ਵਿੱਚ ਬਣਾਇਆ ਗਿਆ ਹੁਸਨ ਮੰਡਲ, ਜਿੱਥੇ ਬਹੁਤ ਸਾਰੀਆਂ ਖੂਬਸੂਰਤੀਆਂ ਹੋਣ, ਉਸ ਨੂੰ ਅਸੀਂ ਬੋਲਦੇ ਹਾਂ ਹੁਸਨ ਮੰਡਲ। ਕੁਦਰਤ ਦੀ ਦੇਵੀ ਨੇ ਆਪਣੀ ਮੁੱਠੀ ਵਿੱਚ ਕੀ ਭਰ ਲਿਆ? ਹੁਣ ਬੇਟਾ ਜਿਹੜੀ ਉੱਪਰ ਨਦੀਆਂ, ਨਾਲੇ, ਝਰਨੇ ਅਸੀਂ ਦੇਖਦੇ ਹਾਂ ਘਾਟੀਆਂ ਦੇ ਉੱਪਰ ਕਸ਼ਮੀਰ 'ਚ, ਇਹ ਸਾਰੀਆਂ ਜੇ ਅਸੀਂ ਜ਼ਿਕਰ ਕਰੀਏ ਕਿ ਕਿੱਥੋਂ ਆਈਆਂ, ਸੋ ਬੇਟਾ ਕਲਪਨਾ ਮਾਤਰ ਬਹੁਤ ਡੂੰਘੀ ਗੱਲ ਆ ਕਿ ਉੱਥੇ ਇੰਨੇ ਜਿਹੜੀਆਂ ਜਿਵੇਂ ਡਰਾਈ ਫਰੂਟ ਨੇ, ਨਦੀਆਂ ਨੇ, ਨਾਲੇ ਨੇ, ਝੀਲ ਨੇ, ਪਰਬਤ ਨੇ, ਰੁੱਖ ਨੇ, ਬਹੁਤ ਖੂਬਸੂਰਤ ਪੰਛੀ ਨੇ, ਠੰਡੀਆਂ ਹਵਾਵਾਂ ਨੇ, ਬਹੁਤ ਖੂਬਸੂਰਤ ਕੁਦਰਤੀ ਜਿਹੜੇ ਦ੍ਰਿਸ਼ ਨੇ, ਵੀ ਕਿੱਥੋਂ ਆਏ, ਕਿਹਨੇ ਉੱਥੇ ਸਿਰਜੇ? ਸੋ ਬੇਟਾ ਇੱਥੇ ਆ ਕੇ ਜਦੋਂ ਸਵਾਲ ਬਣਦਾ ਤਾਂ ਫਿਰ ਲੱਗਦਾ ਕਿ ਵਾਕਈ ਇਹ ਕਮਾਲ ਕੁਦਰਤ ਦੀ ਦੇਵੀ ਦਾ ਕੀਤਾ ਹੋਇਆ। ਜੇ ਸਾਰੀਆਂ ਚੀਜ਼ਾਂ ਇੱਥੇ ਆਈਆਂ ਨੇ ਤਾਂ ਕਿੱਥੋਂ ਆਈਆਂ? ਸੋ ਜਿਹੜੀ ਕੁਦਰਤ ਦੀ ਦੇਵੀ ਹੈ ਬੇਟਾ ਉੱਪਰ ਹੁਸਨ ਮੰਡਲ 'ਚ ਬੈਠੀ ਹੈ, ਉਹਨੇ ਇਹ ਕਹਿੰਦੇ ਸਾਰੀਆਂ ਚੀਜ਼ਾਂ ਉੱਪਰੋਂ ਇੰਝ ਲੱਗਦਾ ਕਿ ਧਰਤੀ ਦੇ ਉੱਪਰ ਪੂਰਾ ਪਲਾਨ ਕਰਕੇ ਭੇਜੀਆਂ ਨੇ, ਭਾਵ ਸਿੱਟੀਆਂ ਨੇ, ਜਾਂ ਇਹਨਾਂ ਦੇ ਬੀਜ ਇੱਥੇ ਬੀਜੇ ਨੇ। ਉਹ ਜਿਹੜੀ ਹੁਸਨ ਦੀ ਦੇਵੀ ਆ, ਹੁਸਨ ਮੰਡਲ ਵਿੱਚ ਬੈਠੀ ਕੁਦਰਤ ਦੀ ਦੇਵੀ ਆ, ਉਹ ਆਪਣੀ ਮੁੱਠੀ 'ਚ ਕੀ ਕੁਝ ਲੈਂਦੀ ਆ? ਉਹਦੇ ਵਿੱਚ ਕੀ ਆਉਂਦਾ? ਚਸ਼ਮੇ, ਨਦੀਆਂ, ਬਰਫਾਂ, ਮੀਂਹ, ਧੁੱਪ, ਪਰਬਤ, ਟਿੱਬੇ, ਕਰੇਵੇ ਅਤੇ ਮੈਦਾਨ। ਸੋ ਬੇਟਾ ਜੋ ਵੀ ਚੀਜ਼ ਕਸ਼ਮੀਰ ਦੀ ਖੂਬਸੂਰਤੀ ਹੈ, ਉਹਦੀ ਖੂਬਸੂਰਤੀ ਨੂੰ ਵਧਾਉਂਦੀ ਹੈ, ਉਹ ਸਾਰਾ ਕੁਝ ਹੀ ਕੁਦਰਤ ਦੀ ਦੇਵੀ ਦੀ ਮੁੱਠੀ ਵਿੱਚ ਸੀ। ਉਸ ਨੇ ਇੰਝ ਲੱਗਦਾ ਕਿ ਆਪ ਆਪਣੇ ਹੱਥੀਂ ਇਹ ਸਾਰੀਆਂ ਚੀਜ਼ਾਂ ਉੱਥੇ ਬੀਜੀਆਂ ਹਨ। ਸਵਾਲ ਨੰਬਰ 11, ਕਵੀ ਅਨੁਸਾਰ ਕਿੱਥੇ ਕੁਦਰਤ ਦੀ ਦੇਵੀ ਨੇ ਆਪਣੀ ਮੁੱਠੀ ਸੁੱਟੀ, ਉਸ ਥਾਂ 'ਤੇ ਕੀ ਬਣ ਗਿਆ? ਹੁਣ ਉਹ ਮੁੱਠੀ ਭਰ ਕੇ ਕਿਸ ਥਾਂ 'ਤੇ ਸੁੱਟੀ ਸੀ ਬੇਟਾ? ਉਹ ਹੈਗਾ ਕਸ਼ਮੀਰ। ਇੱਥੇ ਕੀ ਬਣ ਗਿਆ? ਟੁਕੜੀ ਜੱਗ ਤੋਂ ਨਿਆਰੀ, ਕਸ਼ਮੀਰ 'ਚ ਬਣ ਗਈ। ਸਵਾਲ ਨੰਬਰ 12, ਕਵੀ ਦੇ ਅਨੁਸਾਰ ਬ੍ਰਿਸ਼ ਦੇ ਨਾਲ ਕੌਣ ਲੜਦੇ ਹਨ? ਤੰਗ ਦਿਲ ਲੋਕ। ਤੰਗ ਦਿਲ ਲੋਕ ਬੇਟਾ ਜਿਹੜੇ ਰੁੱਖਾਂ ਬਾਰੇ ਕੋਈ ਬਹੁਤ ਵਧੀਆ ਸੋਚ ਨਹੀਂ ਰੱਖਦੇ, ਘਟੀਆ ਥਿੰਕਿੰਗ ਵਾਲੇ ਲਾ ਲਓ, ਜਿਹੜੇ ਰੁੱਖਾਂ ਨੂੰ ਵੱਢਣ 'ਚ ਬਿਲੀਵ ਕਰਦੇ ਨੇ ਬੇਟਾ, ਉਹਨਾਂ ਬਾਰੇ ਬ੍ਰਿਸ਼ ਹੈ ਜਿਹੜਾ ਉਹ ਆਪਣੇ ਮਨ ਦੇ ਹਾਵ ਭਾਵ ਵਿਅਕਤ ਕਰਦਾ ਕਿ ਇਹ ਮੇਰੇ ਨਾਲ ਲੜਦੇ ਨੇ, ਭਾਵ ਮੈਨੂੰ ਕੱਟ ਦਿੰਦੇ ਨੇ। ਬ੍ਰਿਸ਼ ਦੇ ਘੇਰੇ ਅਤੇ ਫੈਲਾਅ ਕਿਸ ਪਾਸੇ ਵੱਲ ਹੁੰਦੇ ਹਨ? ਅਸਮਾਨ ਵੱਲ ਬੇਟਾ। ਜਦੋਂ ਨੀਚੋਂ ਉੱਗਦਾ ਉੱਪਰ ਨੂੰ ਚਲਾ ਜਾਂਦਾ, ਵੱਡਾ ਸਾਰਾ ਰੁੱਖ ਬਣ ਜਾਂਦਾ ਬੇਟਾ। ਉਹਦੀਆਂ ਟਾਹਣੀਆਂ ਨੇ ਜਿਹੜੀਆਂ, ਉਹ ਸਾਡੇ ਘਰ ਤੋਂ ਵੀ ਉੱਪਰ ਜਾ ਕੇ ਫੈਲਦੀਆਂ ਨੇ। ਉਹ ਮਨੁੱਖ ਨੂੰ ਕੁਛ ਨਹੀਂ ਕਹਿੰਦਾ, ਅਸਮਾਨ ਦੇ ਵਿੱਚ ਉਹ ਵੱਧਦਾ ਫੁੱਲਦਾ ਫੈਲਦਾ ਹੈ। ਕਵੀ ਅਨੁਸਾਰ ਬਿਰਖ ਧਰਤੀ ਉੱਤੇ ਕਿੰਨੀ ਕੁ ਥਾਂ ਘੇਰਦਾ ਹੈ? ਗਿੱਠ ਕੁ ਥਾਂ ਬੇਟਾ। ਧਰਤੀ 'ਤੇ ਜਿੱਥੇ ਉੱਗਿਆ ਹੁੰਦਾ ਉੱਥੇ ਗਿੱਠ ਕੁ ਥਾਂ ਜਿਹੜਾ ਉਹ ਰੁੱਖ ਘੇਰਦਾ ਹੈ। ਸੋ ਪਿਆਰੇ ਬੱਚਿਓ, ਇੱਕ SP ਵਾਲਿਆਂ ਦੀ ਬੁੱਕ ਹੈ ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਕੁਐਸਚਨ ਹੋਰ ਵੀ ਦਿੱਤੇ ਗਏ ਨੇ। ਇਹ ਜਿਹੜੀ ਵੀਡੀਓ ਆ ਤੁਹਾਡੀ ਹੈਲਪ ਲਈ ਬਣਾਈ ਗਈ ਆ। ਤੁਸੀਂ ਜਿੱਥੋਂ ਵੀ ਤੁਹਾਨੂੰ ਚੰਗੇ ਲੱਗਦੇ ਨੇ ਇਸ ਵੀਡੀਓ ਦੇ ਕੁਐਸਚਨ, ਉਹਨਾਂ ਨੂੰ ਲਿਖ ਸਕਦੇ ਹੋ, ਸਮਝ ਸਕਦੇ ਹੋ, ਪੜ੍ਹ ਸਕਦੇ ਹੋ। ਇਸੇ ਕਵਿਤਾ ਨਾਲ ਸੰਬੰਧਿਤ ਹੋਰ ਲੰਮੀਆਂ ਵਿਚਾਰਾਂ ਨਾ ਕਰਦੇ ਹੋਏ ਕੁਝ ਕੁਐਸਚਨ ਤੁਹਾਡੇ ਨਾਲ ਹੋਰ ਸਾਂਝੇ ਕਰਦੇ ਹਾਂ।
ਸਮਾਂ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਉੱਪਰ ਵੀ ਪੜ੍ਹੇ ਹਨ, ਆਓ ਆਪਾਂ ਨੂੰ ਸਵਾਲਾਂ ਨੂੰ ਫੇਰ ਰਿਪੀਟ ਕਰਦੇ ਹਾਂ। ਇਹ ਸਵਾਲ ਵੀ ਤੁਸੀਂ ਆਪਣੀ ਨੋਟਬੁੱਕਸ ਦੇ ਉੱਪਰ ਲਿਖ ਸਕਦੇ ਹੋ ਆਪਦੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਲਈ। ਸਮਾਂ ਆਪਣੀ ਨਿਰੰਤਰ ਚਾਲ ਚੱਲਦਾ ਰਹਿੰਦਾ ਹੈ, ਇਹ ਕਦੇ ਵੀ ਨਹੀਂ ਰੁਕਦਾ। ਸਮੇਂ ਨੂੰ ਸੰਭਾਲਦਿਆਂ ਹੋਇਆਂ ਸਾਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਭਾਵ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ। ਇੱਕ ਵਾਰੀ ਹੱਥੋਂ ਲੰਘ ਚੁੱਕਾ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਸਮੇਂ ਦੀ ਸਹੀ ਵਰਤੋਂ ਕਰਨ ਵਾਲਾ ਮਨੁੱਖ ਹੀ ਜ਼ਿੰਦਗੀ ਵਿੱਚ ਤਰੱਕੀ ਕਰਦਾ ਹੈ ਅਤੇ ਸਫਲ ਹੁੰਦਾ ਹੈ। ਸੋ ਬੱਚਿਓ, ਇਹ ਪਹਿਲੇ ਸਵਾਲ ਦਾ ਉੱਤਰ ਹੈ। ਆਓ ਪੜ੍ਹਦੇ ਹਾਂ ਦੂਸਰਾ ਸਵਾਲ ਕਿ ਸਮਾਂ ਕਵਿਤਾ ਵਿੱਚ ਸਮੇਂ ਦੀ ਸੰਭਾਲ ਸੰਬੰਧੀ ਕਵੀ ਕੀ ਸੁਨੇਹਾ ਦਿੰਦਾ ਹੈ। ਉੱਤਰ ਹੈ ਕਿ ਭਾਈ ਵੀਰ ਸਿੰਘ ਜੀ ਸਮੇਂ ਦੀ ਸੰਭਾਲ ਸੰਬੰਧੀ ਆਪਣੀ ਕਵਿਤਾ ਸਮਾਂ ਵਿੱਚ ਕਹਿੰਦੇ ਹਨ ਕਿ ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ, ਇਹ ਕਦੇ ਵੀ ਨਹੀਂ ਰੁਕਦਾ। ਜੋ ਸਮਾਂ ਇੱਕ ਵਾਰੀ ਬੀਤ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਲਈ ਇਸ ਦੀ ਸਹੀ ਵਰਤੋਂ ਕਰਕੇ ਹੀ ਇਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਇਹ ਕਵਿਤਾ ਹੀ ਬੇਟਾ ਸਮੇਂ ਦੀ ਸੰਭਾਲ ਬਾਰੇ ਹੈ। ਸੋ ਅਗਲਾ ਹੈ ਕਿ ਕਵਿਤਾ ਸਮਾਂ ਦਾ ਕੇਂਦਰੀ ਭਾਵ ਲਿਖੋ, ਵੀ ਮੇਨ ਗੱਲ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਵੀ ਨੇ। ਪੜ੍ਹਦੇ ਹਾਂ ਕਿ ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚੱਲਦਾ ਰਹਿੰਦਾ ਹੈ, ਬੀਤਿਆ ਹੋਇਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਨੂੰ ਲੱਖਾਂ ਯਤਨ ਕਰਕੇ ਵੀ ਰੋਕਿਆ ਨਹੀਂ ਜਾ ਸਕਦਾ। ਸਮੇਂ ਦਾ ਸਹੀ ਇਸਤੇਮਾਲ ਕਰਕੇ ਸਮੇਂ ਨੂੰ ਸੰਭਾਲਿਆ ਜਾ ਸਕਦਾ ਹੈ। ਸੋ ਬੇਟਾ ਸਮੇਂ ਦੀ ਯੋਗ ਵਰਤੋਂ ਹੀ ਸਮੇਂ ਦੀ ਸੰਭਾਲ ਹੈ। ਸਵਾਲ ਨੰਬਰ 4 ਕਿ ਹੇਠ ਲਿਖੀਆਂ ਕਾਵਿ ਸਤਰਾਂ ਜਾਂ ਤੁਕਾਂ ਦੀ ਵਿਆਖਿਆ ਆਪਣੇ ਸ਼ਬਦਾਂ ਵਿੱਚ ਕਰੋ। ਜਿਵੇਂ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ। ਇਸ ਦੀ ਵਿਆਖਿਆ ਕਿਵੇਂ ਕਰਾਂਗੇ ਕਿ ਇਹਨਾਂ ਕਾਵਿ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਸਮੇਂ ਨੂੰ ਰੋਕਣ ਲਈ ਉਸ ਦੇ ਅੱਗੇ ਬਹੁਤ ਤਰਲੇ ਮਿੰਨਤਾਂ ਕੀਤੀਆਂ, ਪਰ ਉਸਨੇ ਮੇਰੀ ਇੱਕ ਵੀ ਗੱਲ ਨਾ ਮੰਨੀ। ਮੈਂ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਮੇਰੇ ਕੋਲੋਂ ਪੱਲਾ ਛੁਡਾ ਕੇ ਮੇਰੇ ਕੋਲੋਂ ਦੂਰ ਚਲਾ ਗਿਆ। ਅਗਲਾ ਹੈ ਕਿ ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਇਸ ਕਵਿਤਾ ਦੀਆਂ ਲਾਈਨਾਂ ਦੀ ਵਿਆਖਿਆ ਹੈ ਕਿ ਇਹਨਾਂ ਕਾਵਿ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਸਮੇਂ ਦੇ ਤੇਜ਼ ਵੇਗ ਨੂੰ ਰੋਕਣ ਵਿੱਚ ਕਾਮਯਾਬ ਨਾ ਹੋ ਸਕਿਆ। ਉਸ ਦੇ ਰਸਤੇ ਵਿੱਚ ਮੈਂ ਜੋ ਵੀ ਰੁਕਾਵਟ ਪਾਈ, ਉਸਨੇ ਉਹਨਾਂ ਸਾਰੀਆਂ ਰੁਕਾਵਟਾਂ ਨੂੰ ਤੋੜ ਦਿੱਤਾ। ਆਪਣੀ ਤਿੱਖੀ ਚਾਲ ਦੇ ਨਾਲ ਉਹ ਸਭ ਸੀਮਾਵਾਂ ਨੂੰ ਪਾਰ ਕਰਕੇ ਅੱਗੇ ਵੱਧਦਾ ਗਿਆ। ਸਵਾਲ ਨੰਬਰ 5 ਭਾਈ ਵੀਰ ਸਿੰਘ ਜੀ ਨੇ ਸਮੇਂ ਬਾਰੇ ਕੀ ਕਿਹਾ ਹੈ। ਉੱਤਰ ਹੈ ਭਾਈ ਵੀਰ ਸਿੰਘ ਨੇ ਸਮੇਂ ਦੇ ਨਿਰੰਤਰ ਚੱਲਦੇ ਰਹਿਣ ਬਾਰੇ ਕਿਹਾ ਹੈ। ਕਵੀ ਕਹਿੰਦਾ ਹੈ ਨਿਰੰਤਰ ਹੁੰਦਾ ਬੇਟਾ ਲਗਾਤਾਰ, ਜਿਹੜਾ ਬਿਨਾਂ ਰੁਕੇ ਚੱਲਦਾ ਰਹੇ। ਜਿਵੇਂ ਘੜੀ ਦੀ ਸੂਈਆਂ ਨੇ ਬੇਟਾ, ਉਹ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਜਦੋਂ ਉਹਦੀ ਬੈਟਰੀ ਖਤਮ ਹੁੰਦੀ ਹੈ ਉਦੋਂ ਰੁਕਦੀ ਹੈ, ਬਟ ਕੰਟੀਨਿਊ ਚੱਲਦਾ ਸਮਾਂ। ਇਹ ਘੜੀ ਦੀਆਂ ਸੂਈਆਂ ਬੈਟਰੀ ਦੇ ਬੰਦ ਹੋਣ ਨਾਲ ਬੇਟਾ ਰੁਕ ਜਾਂਦੀਆਂ ਨੇ, ਪਰ ਜੋ ਬਾਹਰਲਾ ਸਮਾਂ ਕੁਦਰਤੀ ਸਮਾਂ ਉਹ ਕਦੇ ਵੀ ਨਹੀਂ ਰੁਕਦਾ। ਕਵੀ ਕਹਿੰਦਾ ਹੈ ਕਿ ਸਮਾਂ ਨਿਰੰਤਰ ਗਤੀਸ਼ੀਲ ਹੈ। ਗਤੀਸ਼ੀਲ ਭਾਵ ਚੱਲਦਾ ਹੀ ਰਹਿੰਦਾ ਹੈ, ਇਹ ਨਾ ਹੀ ਰੁਕਦਾ ਹੈ ਅਤੇ ਨਾ ਹੀ ਕਦੇ ਵਾਪਸ ਆਉਂਦਾ ਹੈ। ਇਸ ਲਈ ਵਰਤਮਾਨ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਵਰਤਮਾਨ ਬੇਟਾ ਜਿਹੜਾ ਚੱਲ ਰਿਹਾ ਸਮਾਂ ਹੁੰਦਾ, ਇਹ ਨਹੀਂ ਕਿ ਮੈਂ ਜਿਵੇਂ ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ। ਸੋ ਬੇਟਾ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਗੱਲ ਅਸੀਂ ਕਹਿੰਦੇ ਕਿ ਕੱਲ੍ਹ ਨੂੰ ਕਰਾਂਗੇ, ਉਹਨੂੰ ਅੱਜ ਹੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜੋ ਪ੍ਰੈਜੈਂਟ ਸਮਾਂ ਤੁਹਾਡੇ ਕੋਲ ਹੈ ਉਹੀ ਸਭ ਤੋਂ ਵਡਮੁੱਲਾ ਸਮਾਂ ਹੈ। ਇਸੇ ਸਮੇਂ ਦੀ ਕਦਰ ਕਰਨ ਬਾਰੇ ਭਾਈ ਵੀਰ ਸਿੰਘ ਜੀ ਇਸ ਕਵਿਤਾ ਵਿੱਚ ਮਨੁੱਖ ਨੂੰ ਸੰਬੋਧਨ ਕਰਦੇ ਹਨ। ਸਵਾਲ ਨੰਬਰ 6 ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ। ਉੱਤਰ ਹੈ ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ। ਸਦ ਉਪਯੋਗ ਹੁੰਦਾ ਬੇਟਾ ਸਹੀ ਵਰਤੋਂ, ਚੰਗੇ ਕੰਮਾਂ ਵਿੱਚ ਸਮੇਂ ਨੂੰ ਲਗਾਉਣਾ ਚਾਹੀਦਾ ਹੈ। ਇਹ ਨਹੀਂ ਕਿ ਅਸੀਂ ਕੋਈ ਮੂਵੀ ਦੇਖ ਲਈ, ਫੇਸਬੁੱਕ 'ਤੇ ਲੱਗ ਗਏ, ਇੰਸਟਾਗ੍ਰਾਮ 'ਤੇ ਲੱਗ ਗਏ, ਵਟਸਐਪ 'ਤੇ ਲੱਗ ਗਏ, ਜਾਂ ਅਸੀਂ ਕੋਈ ਮੂਵੀਆਂ ਦੇਖ ਲਈਆਂ, ਗਾਣੇ ਸੁਣ ਲਏ। ਹਾਂ, ਆਪਣੇ ਇੰਟਰਟੇਨਮੈਂਟ ਲਈ ਥੋੜ੍ਹਾ ਮੋਟਾ ਤੁਸੀਂ ਇਹ ਜਿਹੜਾ ਸੋਸ਼ਲ ਮੀਡੀਆ ਨੂੰ ਵਰਤ ਸਕਦੇ ਹੋ ਬੇਟਾ। ਬਹੁਤਾ ਲੰਮਾ ਸਮਾਂ
ਵਿਦਿਆਰਥੀ ਜੀਵਨ ਦਾ ਇਹ ਹੁੰਦਾ ਕਿ ਚੰਗੀਆਂ ਕਿਤਾਬਾਂ ਪੜ੍ਹਨੀਆਂ, ਅੱਛੇ ਗਿਆਨ ਨੂੰ ਪ੍ਰਾਪਤ ਕਰਨਾ, ਹੋਮਵਰਕ ਕਰਨਾ। ਸੋ ਇਸ ਤਰ੍ਹਾਂ ਇਹ ਸਮੇਂ ਦੀ ਯੋਗ ਵਰਤੋਂ ਹੁੰਦੀ ਹੈ ਵਿਦਿਆਰਥੀ ਜੀਵਨ ਵਿੱਚ। ਸਮੇਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਆਹ ਜਿਹੜੀਆਂ ਅਸੀਂ ਤੁਹਾਨੂੰ ਉੱਪਰ ਗੱਲ ਕਰੀ ਆ ਕਿ ਫੇਸਬੁੱਕ, ਇੰਟਰਨੈਟ, ਇਹਨਾਂ ਦੇ ਉੱਪਰ ਸਮੇਂ ਨੂੰ ਵਰਤੋਂ ਕਰਨੀ, ਉਹਨੂੰ ਖਰਚਣਾ, ਇਹਨੂੰ ਗਵਾਉਣੇ ਬਰਾਬਰ ਹੈ। ਸਮੇਂ ਦੇ ਹਰ ਪਲ ਦੀ ਕਦਰ ਕਰਦਿਆਂ ਹੋਇਆਂ ਇਸ ਵਾਂਗ ਗਤੀਸ਼ੀਲ ਰਹਿਣਾ ਚਾਹੀਦਾ ਹੈ। ਜਿਵੇਂ ਸਮਾਂ ਹਮੇਸ਼ਾ ਚੱਲਦਾ ਰਹਿੰਦਾ, ਸਾਨੂੰ ਚੰਗੇ ਕੰਮਾਂ ਵਿੱਚ ਆਪਣਾ ਜਿਹੜਾ ਸਮਾਂ ਸਪੈਂਡ ਕਰਨਾ ਚਾਹੀਦਾ, ਬਿਤਾਉਣਾ ਚਾਹੀਦਾ, ਨੇਕ ਕਾਰਜ ਕਰਨੇ ਚਾਹੀਦੇ ਹਨ। ਸਵਾਲ ਨੰਬਰ 7, ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ? ਉੱਤਰ ਹੈ, ਕਵੀ ਸਮੇਂ ਨੂੰ ਰੋਕਣ ਲਈ ਉਸ ਦੇ ਰਸਤੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਾਉਂਦਾ ਹੈ। ਉਹ ਸਮੇਂ ਨੂੰ ਰੋਕਣ ਲਈ ਉਸ ਦੇ ਤਰਲੇ ਮਿੰਨਤਾਂ ਪਾਉਂਦਾ ਹੈ ਅਤੇ ਉਸ ਨੂੰ ਫੜ ਕੇ ਆਪਣੇ ਵੱਲ ਖਿੱਚਣ ਦਾ ਯਤਨ ਕਰਦਾ ਹੈ। ਉਸ ਦੀਆਂ ਸਾਰੀਆਂ ਹੀ ਕੋਸ਼ਿਸ਼ਾਂ ਅਸਫਲ ਹੋ ਗਈਆਂ ਅਤੇ ਸਮਾਂ ਆਪਣੀ ਤੇਜ਼ ਚਾਲ ਚੱਲਦਿਆਂ ਹੋਇਆਂ ਸਾਰੀਆਂ ਹੱਦਾਂ ਪਾਰ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਵੱਧਦਾ ਗਿਆ। ਸੋ ਬੇਟਾ ਸਮਾਂ ਕਵਿਤਾ ਦੀ ਜੋ ਪੂਰੀ ਸਟਰਕਚਰ ਹੈ ਕਵਿਤਾ ਦਾ, ਇਹ ਉਹਦੇ ਨਾਲ ਸੰਬੰਧਿਤ ਜਿਹੜਾ ਤੁਹਾਡਾ ਆਨਸਰ ਹੈ। ਸਮਾਂ ਕਵਿਤਾ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਉੱਤਰ ਹੈ, ਸਮਾਂ ਕਵਿਤਾ ਵਿੱਚ ਸਮੇਂ ਦੀ ਨਿਰੰਤਰ ਚਾਲ ਬਾਰੇ ਦੱਸਿਆ ਗਿਆ ਹੈ। ਸਮਾਂ ਆਪਣੀ ਨਿਰੰਤਰ ਚਾਲ ਨਾਲ ਚੱਲਦਾ ਰਹਿੰਦਾ ਹੈ। ਇਸ ਦੇ ਰਸਤੇ ਵਿੱਚ ਚਾਹੇ ਜਿੰਨੀਆਂ ਮਰਜ਼ੀ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਇਹ ਸਭ ਰੁਕਾਵਟਾਂ ਨੂੰ ਪਾਰ ਕਰਦਾ ਅੱਗੇ ਲੰਘ ਜਾਂਦਾ ਹੈ। ਸਮੇਂ ਦਾ ਹਮੇਸ਼ਾ ਹੀ ਸਦ ਉਪਯੋਗ ਕਰਨਾ ਚਾਹੀਦਾ ਹੈ, ਕਿਉਂਕਿ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਸਵਾਲ ਨੰਬਰ 9, ਕਵੀ ਨੇ ਸਮੇਂ ਦੇ ਮਾਨਵੀਕਰਨ ਕਿਵੇਂ ਕੀਤਾ ਹੈ? ਸਮੇਂ ਦਾ ਮਾਨਵੀਕਰਨ ਭਾਵ ਸਮੇਂ ਨੂੰ ਮਨੁੱਖ ਦੇ ਰੂਪ ਵਿੱਚ ਕਿਵੇਂ ਪੇਸ਼ ਕੀਤਾ ਹੈ? ਉੱਤਰ ਹੈ, ਕਵੀ ਕਹਿੰਦਾ ਹੈ ਕਿ ਸਮਾਂ ਮੇਰੇ ਵਾਸਤਿਆਂ ਦੀ ਇੱਕ ਨਹੀਂ ਮੰਨਦਾ। ਜਿਵੇਂ ਆਪਾਂ ਕਿਸੇ ਮਨੁੱਖ ਨੂੰ ਕਹਿੰਦੇ ਕਿ ਮੇਰੀ ਗੱਲ ਮੰਨ ਲਓ, ਨਹੀਂ ਮੰਨਦਾ। ਸੋ ਸਮੇਂ ਨੂੰ ਇੱਕ ਮਨੁੱਖ ਬਣਾ ਕੇ ਕਵੀ ਨੇ ਪੇਸ਼ ਕੀਤਾ ਹੈ। ਉਸ ਨੂੰ ਰੋਕਣ ਲਈ ਕਵੀ ਨੇ ਬੜੇ ਤਰਲੇ ਮਿੰਨਤਾਂ ਕੀਤੀਆਂ, ਪਰ ਉਸ ਸਮੇਂ ਨੇ ਉਸ ਦੀਆਂ ਗੱਲਾਂ ਦੀ ਰਤਾ ਵੀ ਪਰਵਾਹ ਨਹੀਂ ਕੀਤੀ। ਜਿਵੇਂ ਆਪਾਂ ਕਿਸੇ ਮਨੁੱਖ ਨੂੰ ਰੋਕਦੇ ਹਾਂ, ਭਾਈ ਤਰਲੇ ਮਿੰਨਤਾਂ ਕਰਦੇ ਹਾਂ, ਰੁਕ ਜਾ ਮੰਨ ਲਾ, ਉਹ ਨਾ ਮੰਨੇ ਤੇ ਚਲਿਆ ਜਾਵੇ। ਇਸ ਤਰ੍ਹਾਂ ਕਵੀ ਕਹਿੰਦਾ ਮੈਂ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨੇ ਮੇਰੀ ਇੱਕ ਨਹੀਂ ਮੰਨੀ। ਆਪਣੀ ਚਾਲੇ ਚੱਲਦਾ ਰਿਹਾ, ਉਹ ਚੱਲਦਾ ਹੀ ਗਿਆ। ਮੈਂ ਬਹੁਤ ਰੋਕਿਆ, ਬਹੁਤ ਆਵਾਜ਼ਾਂ ਮਾਰੀਆਂ, ਬਹੁਤ ਉਹਦੇ ਪੱਲੇ ਫੜੇ, ਬਹੁਤ ਰੁਕਾਵਟਾਂ ਪਾਈਆਂ, ਪਰ ਸਮਾਂ ਮੇਰੇ ਰੋਕਿਆ ਨਹੀਂ ਰੁਕਿਆ। ਸਭ ਰੋਕਾਂ ਨੂੰ ਆਪਣੀ ਤਿੱਖੀ ਚਾਲ ਨਾਲ ਟੱਪਦਾ ਲੰਘ ਗਿਆ। ਮੈਂ ਜੋ ਵੀ ਰੋਕਾਂ ਲਾਈਆਂ ਉਹ ਆਪਣੀ ਤਿੱਖੀ ਚਾਲ ਨਾਲ ਟੱਪਦਾ ਹੋਇਆ ਉਹਨਾਂ ਸਾਰੀਆਂ ਰੋਕਾਂ ਦੇ ਉੱਪਰ ਦੀ ਲੰਘ ਗਿਆ। ਇੰਝ ਕਵੀ ਨੇ ਉਸ ਦਾ ਮਾਨਵੀਕਰਨ ਕੀਤਾ ਹੈ। ਸਮੇਂ ਨੂੰ ਬੇਟਾ ਮਨੁੱਖ ਦੇ ਰੂਪ ਵਿੱਚ ਪੇਸ਼ ਕੀਤਾ। ਜਿਵੇਂ ਆਪਾਂ ਕਿਸੇ ਮਨੁੱਖ ਨੂੰ ਰੋਕਦੇ ਹਾਂ, ਉੱਥੇ ਕਵੀ ਨੇ ਸਮੇਂ ਨੂੰ ਮਨੁੱਖ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈ। ਸੋ ਬੱਚਿਓ, ਜਿਵੇਂ ਕਿ ਤੁਹਾਡੇ ਅੱਗੇ CBSE ਬੋਰਡ ਦੇ ਜੋ ਐਗਜ਼ਾਮ ਹੁੰਦੇ ਨੇ ਆਪਣੇ 10ਵੀਂ ਦੇ ਬੇਸ ਦੇ ਉੱਪਰ, ਉਹਨਾਂ ਦੇ ਕੁਝ ਓਬਜੈਕਟਿਵ ਟਾਈਪ ਸਵਾਲ ਵੀ ਇਸ ਕਵਿਤਾ ਦੇ ਵਿੱਚੋਂ ਬਣਦੇ ਨੇ। ਆਓ ਉਹਨਾਂ ਬਾਰੇ ਝਾਤ ਮਾਰਦੇ ਹਾਂ ਕਿ ਸਮੇਂ ਨੂੰ ਕੌਣ ਕਾਬੂ ਵਿੱਚ ਨਹੀਂ ਰੱਖ ਸਕਦਾ? ਇਹਦਾ ਉੱਤਰ ਹੋਏਗਾ ਬੇਟਾ ਐੜਾ ਮਨੁੱਖ। ਸਮਾਂ ਕਵਿਤਾ ਦਾ ਲੇਖਕ ਕੌਣ ਹੈ? ਇਹਦਾ ਉੱਤਰ ਹੋਏਗਾ ਈੜੀ ਭਾਈ ਵੀਰ ਸਿੰਘ ਜੀ। ਪੱਲਾ ਛੁਡਾ ਕੇ ਕੌਣ ਖਿਸਕ ਗਿਆ? ਉਹ ਹੈ ਸਮਾਂ। ਕਵੀ ਕਿਸ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰ ਰਿਹਾ ਹੈ? ਇਸਤਰੀ ਰੂਪ ਵਿੱਚ। ਜਿਵੇਂ ਇੱਕ ਕਵੀ ਆਪਣੇ ਆਪ ਨੂੰ ਇਸਤਰੀ ਬਣਾਉਂਦਾ, ਸਮੇਂ ਨੂੰ ਆਪਣਾ ਪਤੀ ਬਣਾਉਂਦਾ, ਅਤੇ ਵੀ ਉਹ ਕਹਿੰਦੀ ਮੈਂ ਇਸਤਰੀ ਰੂਪ ਵਿੱਚ ਉਹਨੂੰ ਬਹੁਤ ਤਰਲੇ ਮਿੰਨਤਾਂ ਕੀਤੀਆਂ, ਬਹੁਤ ਪੱਲੇ ਫੜੇ, ਬਹੁਤ ਉਹਨੂੰ ਮਿੰਨਤਾਂ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੋਕਿਆ। ਸੋ ਇੱਥੇ ਜਿਹੜਾ ਕਵੀ ਹੈ ਉਹ ਆਪਣੇ ਆਪ ਨੂੰ ਇਸਤਰੀ ਰੂਪ ਦੇ ਵਿੱਚ ਪੇਸ਼ ਕਰਦਾ ਹੈ। ਧਰੀਕ ਸ਼ਬਦ ਤੋਂ ਕੀ ਭਾਵ ਹੈ? ਧਰੀਕ ਤੋਂ ਭਾਵ ਖਿੱਚਣਾ। ਉਹ ਆਪਣੇ ਵੱਲ ਬੜਾ ਖਿੱਚਦੀ ਹੈ ਪਰ ਉਹ ਨਹੀਂ ਰੁਕਦਾ। ਵੇਗ ਸ਼ਬਦ ਦਾ ਅਰਥ ਕੀ ਹੈ? ਪ੍ਰਵਾਹ। ਵੇਗ ਹੁੰਦਾ ਪ੍ਰਵਾਹ, ਵਹਿੰਦੇ ਜਾਣਾ ਜਾਂ ਕਿਸੇ ਦੇ ਰੋਕਿਆਂ ਨਾ ਰੁਕਣਾ। ਉੜੰਦਾ ਸ਼ਬਦ ਦਾ ਅਰਥ ਉੱਡਦਾ। ਉੜੰਦਾ ਤੋਂ ਭਾਵ ਹੁੰਦਾ ਉੱਡਦਾ। ਜਾਮਦਾ ਸ਼ਬਦ ਦਾ ਅਰਥ ਹੈ ਜਾਂਦਾ, ਵੀ ਉੱਡਦਾ ਜਾਂਦਾ, ਲੰਘਦਾ ਜਾਂਦਾ, ਸਮਾਂ ਰੁਕਦਾ ਨਹੀਂ। ਆਮ ਦਾ ਅਰਥ ਹੈ ਆਉਂਦਾ। ਤ੍ਰਿਖੇ ਸ਼ਬਦ ਦਾ ਅਰਥ ਹੈ ਤੇਜ਼। ਅੱਗੇ ਹੈ ਕਿ ਸਮਾਂ ਕਵਿਤਾ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ? ਸਮੇਂ ਨੂੰ।
ਸਮਾਂ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ? ਸਮੇਂ ਦੀ ਸੰਭਾਲ ਕਰਨ ਲਈ ਕਿਹਾ ਗਿਆ। ਜਿਹੜੀ ਉੱਤਰ ਕਵਿਤਾ ਸਮਾਂ ਵਿੱਚ ਕੌਣ ਪੱਲਾ ਛੁਡਾ ਕੇ ਖਿਸਕ ਗਿਆ ਹੈ? ਉਹ ਹੈ ਸਮਾਂ। ਅਟਕ ਤੋਂ ਕੀ ਭਾਵ ਹੈ? ਜਿਸ ਨੂੰ ਰੋਕਿਆ ਜਾ ਸਕੇ, ਵੀ ਉਹਨੇ ਅਟਕ ਪਾਏ, ਉਹਦੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਅਟਕ ਭਾਵ, ਜਿਵੇਂ ਅਸੀਂ ਕਹਿ ਦਈਏ ਕੋਈ ਜਿਵੇਂ ਪਾਣੀ ਹੈ ਬੇਟਾ, ਉਹਨੂੰ ਅਸੀਂ ਪੁਲ ਜਾਂ ਬੰਨ੍ਹ ਮਾਰ ਕੇ ਰੋਕ ਲੈਂਦੇ, ਉਹ ਅਟਕ ਆ ਜਿਹਦੇ ਨਾਲ ਉਹ ਰੁਕ ਜਾਂਦਾ, ਅਟਕ ਜਾਂਦਾ। ਅਤੇ ਇੱਥੇ ਇਸਤਰੀ ਰੂਪ ਦੇ ਵਿੱਚ ਕਵੀ ਕਹਿੰਦਾ ਵੀ ਮੈਂ ਮੇਰੇ ਪਤੀ ਦੇ ਰਸਤੇ 'ਚ ਬਹੁਤ ਰੋਕਾਂ ਲਾਈਆਂ, ਪਰ ਉਹ ਸਭ ਰੋਕਾਂ ਰਾਕਾਂ ਨੂੰ ਤੋੜ ਕੇ ਚਲਿਆ ਗਿਆ। ਜਿਸ ਨੂੰ ਰੋਕਿਆ ਜਾ ਸਕੇ ਉਸ ਨੂੰ ਅਟਕ ਕਹਿੰਦੇ ਨੇ, ਜਿਵੇਂ ਪੁਲ ਨੂੰ ਅਸੀਂ ਅਟਕ ਕਹਿ ਸਕਦੇ ਹਾਂ। ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ? ਕਵਿਤਾ ਦੇ ਅਨੁਸਾਰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਜਿਵੇਂ ਆਪਾਂ ਇੱਕ ਬੇਟਾ ਪੰਜਾਬੀ ਦੀ ਕਹਾਵਤ ਹੁੰਦੀ ਹੈ ਕਿ ਜੋ ਇਨਸਾਨ ਸਮੇਂ ਦੀ ਕਦਰ ਕਰਦੇ ਹਨ, ਸਮਾਂ ਉਹਨਾਂ ਦੀ ਕਦਰ ਕਰਦਾ ਹੈ। ਸੋ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਕੀ ਸਮਾਂ ਆਪਣੀ ਗਤੀ ਨਾਲ ਚੱਲਦਾ ਰਹਿੰਦਾ ਹੈ? ਇਹਦਾ ਉੱਤਰ ਹੋਏਗਾ ਹਾਂ, ਊੜਾ। ਹਾਂ, ਸਮਾਂ ਆਪਣੀ ਗਤੀ ਨਾਲ ਚੱਲਦਾ ਰਹਿੰਦਾ ਹੈ। 17 ਨੰਬਰ ਸਵਾਲ ਹੈ, ਸਮਾਂ ਕਵਿਤਾ ਵਿੱਚ ਕਵੀ ਨੇ ਸਮੇਂ ਦਾ ਕਿਹੜਾ ਸੁਭਾਅ ਬਿਆਨ ਕੀਤਾ ਹੈ? ਉਹ ਹੈਗਾ ਚਲਾਏਮਾਨ, ਐੜਾ, ਉਹ ਚੱਲਦਾ ਹੀ ਰਹਿੰਦਾ। ਚਲਾਏਮਾਨ ਤੋਂ ਭਾਵ ਜਿਹੜਾ ਹਮੇਸ਼ਾ ਚੱਲਦਾ ਰਹੇ। 18 ਨੰਬਰ ਹੈ ਕਿ ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ? ਸਮੇਂ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ। ਇਹ ਉੱਪਰਲੇ ਸਵਾਲਾਂ ਦੇ ਜਿਹੜੇ ਉੱਤਰ ਨੇ ਬੇਟਾ ਉਹ ਦਿੱਤੇ ਹੋਏ ਨੇ, ਤੁਸੀਂ ਮਿਲਾ ਵੀ ਸਕਦੇ ਹੋ। ਆਓ ਕੁਝ 1-2 ਲਾਈਨਾਂ ਦੇ ਵਿੱਚ ਜਿਹੜਾ ਉੱਤਰ ਹੁੰਦਾ ਉਹ ਸਵਾਲ ਵੀ ਤੁਹਾਨੂੰ ਪੇਪਰ ਦੇ ਵਿੱਚ ਆਉਂਦੇ ਨੇ, ਆਪਾਂ ਉਹਨਾਂ ਬਾਰੇ ਵੀ ਪੜ੍ਹਦੇ ਹਾਂ। ਕਿ ਆਧੁਨਿਕ ਕਵਿਤਾ ਦਾ ਮੋਢੀ ਕੌਣ ਹੈ? ਉੱਤਰ ਹੈ ਭਾਈ ਵੀਰ ਸਿੰਘ ਜੀ। ਸਵਾਲ ਨੰਬਰ 2 ਕਿ ਭਾਈ ਵੀਰ ਸਿੰਘ ਦੀ ਕਿਹੜੀ ਕਾਵਿ ਪੁਸਤਕ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ ਹੈ? ਉਹ ਹੈ ਮੇਰੇ ਸਾਈਆਂ ਜੀਓ। ਇੱਥੇ ਬਿੰਦੀ ਵੀ ਪੈ ਸਕਦੀ ਸੀ ਸੱਸੇ ਦੇ ਕੰਨੇ ਦੇ ਉੱਪਰ, ਸਾਈਆਂ ਜੀਓ। ਇਹ ਕਵਿਤਾ ਬੇਟਾ ਇਹਨਾਂ ਦੀ ਪੁਸਤਕ ਹੈ, ਮੇਰੇ ਸਾਈਆਂ ਜੀਓ ਨੂੰ ਪੁਰਸਕ੍ਰਿਤ ਤੋਂ ਭਾਵ ਹੁੰਦਾ ਸਨਮਾਨਿਤ ਕੀਤਾ ਗਿਆ, ਇਹਨਾਂ ਨੂੰ ਅਵਾਰਡ ਦਿੱਤਾ ਗਿਆ ਸਾਹਿਤ ਅਕਾਦਮੀ ਦਿੱਲੀ ਵੱਲੋਂ। ਸਵਾਲ ਨੰਬਰ 3 ਸਮਾਂ ਕਵਿਤਾ ਦੀ ਰਚਨਾ ਕਿਸ ਨੇ ਕੀਤੀ ਹੈ? ਸੋ ਇਹ ਜਿਹੜੀ ਰਚਨਾ ਹੈ ਉਹ ਭਾਈ ਵੀਰ ਸਿੰਘ ਜੀ ਦੀ ਹੈ। 4 ਨੰਬਰ ਸਵਾਲ ਹੈ ਕਿ ਕਵੀ ਸਮੇਂ ਨੂੰ ਰੋਕਣ ਲਈ ਕੀ ਯਤਨ ਕਰਦਾ ਹੈ? ਹੁਣ ਕਵੀ ਹੈ ਜਿਹੜਾ ਇਸਤਰੀ ਬਣਿਆ ਹੋਇਆ, ਪਤੀ ਰੂਪੀ ਸਮੇਂ ਨੂੰ ਕਿਵੇਂ ਰੋਕਣ ਦੀ ਕੋਸ਼ਿਸ਼ ਕਰਦਾ ਹੈ? ਉੱਤਰ ਹੈ ਕਵੀ ਨੇ ਸਮੇਂ ਨੂੰ ਰੋਕਣ ਲਈ ਉਸ ਅੱਗੇ ਤਰਲੇ ਮਿੰਨਤਾਂ ਕੀਤੀਆਂ, ਉਸ ਨੂੰ ਕੰਨੀ ਤੋਂ ਫੜਨ ਦੀ ਵੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਰਿਹਾ। ਭਾਵ ਉਹ ਜਿਹੜੀ ਇਸਤਰੀ ਆ ਸਮੇਂ ਰੂਪੀ ਆਪਣੇ ਪਤੀ ਨੂੰ ਰੋਕਣ ਦੇ ਵਿੱਚ ਸਫਲ ਨਹੀਂ ਹੁੰਦੀ, ਉਹ ਚਲਿਆ ਜਾਂਦਾ ਹੈ। 5 ਨੰਬਰ ਸਵਾਲ ਹੈ ਕਿ ਕਵਿਤਾ ਸਮਾਂ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ? ਉੱਤਰ ਹੈ ਸਮੇਂ ਨੂੰ। ਕਵਿਤਾ ਸਮਾਂ ਅਨੁਸਾਰ ਕੌਣ ਠਹਿਰਨ ਦੀ ਜਾਂਚ ਨਹੀਂ ਜਾਣਦਾ? ਰੁਕਣਾ ਕਿਹਨੂੰ ਨਹੀਂ ਆਉਂਦਾ? ਉੱਤਰ ਹੈ ਸਮੇਂ ਨੂੰ। ਸਮੇਂ ਨੂੰ ਕਾਬੂ ਕਰਕੇ ਕੌਣ ਨਹੀਂ ਰੱਖ ਸਕਦਾ? ਉਹ ਹੈ ਮਨੁੱਖ। ਅਜੋਕੇ ਸਮੇਂ ਨੂੰ ਕਿਵੇਂ ਕਾਮਯਾਬ ਕੀਤਾ ਜਾ ਸਕਦਾ? ਅੱਜ ਦੇ ਸਮੇਂ ਨੂੰ ਕੋਈ ਸ਼ੁਭ ਕੰਮ ਕਰਕੇ, ਕੋਈ ਚੰਗਾ ਕੰਮ ਕਰਕੇ। ਕੀ ਬੀਤਿਆ ਹੋਇਆ ਸਮਾਂ ਮੁੜ ਕੇ ਵਾਪਸ ਆਉਂਦਾ ਹੈ? ਉੱਤਰ ਹੈ ਨਹੀਂ। ਸੋ ਪਿਆਰੇ ਬੱਚਿਓ, ਇਹ ਸੀਗਾ ਸਮਾਂ ਕਵਿਤਾ, ਅਤੇ ਉੱਪਰ ਅਸੀਂ ਬਿਨਸਪਾ ਦਾ ਫੁੱਲ, ਬ੍ਰਿਸ਼, ਇਹ ਜਿਹੜੇ ਤੁਹਾਡੇ ਪਾਠਕ੍ਰਮ ਦੇ ਵਿੱਚ ਦਿੱਤੀਆਂ ਹੋਈਆਂ ਕਵਿਤਾਵਾਂ ਨੇ, ਇਹਨਾਂ ਨੂੰ ਵੀ ਆਪਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਸੋ ਭਾਈ ਵੀਰ ਸਿੰਘ ਦੀਆਂ ਹੋਰ ਜੋ ਰਚਨਾਵਾਂ ਨੇ ਉਹਨਾਂ ਦੇ ਸਵਾਲ ਵੀ ਤੁਹਾਡੇ ਨਾਲ ਇਸ ਚੈਨਲ ਦੇ ਉੱਪਰ ਸਾਂਝੇ ਕੀਤੇ ਜਾਣਗੇ। ਸੋ 9ਵੀਂ ਜਮਾਤ ਅਤੇ 10ਵੀਂ ਜਮਾਤ ਦੀ ਪੜ੍ਹਾਈ ਕਰ ਰਹੇ ਪੰਜਾਬੀ ਵਿਸ਼ੇ ਦੇ ਵਿਦਿਆਰਥੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਹਮੇਸ਼ਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਭਾਈ ਵੀਰ ਸਿੰਘ ਜੀ ਦੇ ਲੇਖ ਜੋ ਇਹ ਕਵਿਤਾਵਾਂ ਤੁਹਾਡੇ ਸਿਲੇਬਸ ਵਿੱਚ ਲੱਗੀਆਂ ਹਨ, ਇਹਨਾਂ ਨਾਲ ਸੰਬੰਧਿਤ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ।